वाहेगुरु 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 सिख चैनल देख रहे सारिया संगतां नूं वाहिगुरू जी का खालसा वाहिगुरू जी की फतेह। इस वक्त अज असीं पहुंचे हाँ शहर नडाला विच जिला कपूरथला विच, जिथे कि बाबा मस्सा सिंह जी जो कार सेवा वाले उन्होंने गुरुद्वारा साहब की इमारत जी बिल्डिंग बहुत सुंदर बनाई हुई है। उत्थे मेरे नाल हैं इस गुरुद्वारा साहब के मैनेजर साहब जो इत्थे सेवा निभा रहे हैं, तो मेरी बिल्कुल इस साइड पर जो हैं इंग्लैंड तो आए हैं सरदार एकम सिंह जी जो अज इन्होंने वर्ल्ड कैंसर रोको कैंप लगाया हुआ है। सब तो पहला मैं उन्होंने नाल फतेह बुलाऊंगा। वाहिगुरू जी का खालसा वाहिगुरू जी का खालसा वाहिगुरू जी की फतेह। हुण मैं फतेह बुलाऊंगा जो इस गुरुद्वारा साहब की सेवा निभा रहे हैं मैनेजर साहब। सब तो पहला उन्होंने नाल फतेह बुलाऊंगा। वाहिगुरू जी का खालसा वाहिगुरू जी की फतेह जी। भाई साहब जो इसे तुसीं सेवा निभा रहे हैं गुरुद्वारा साहब की, इस गुरुद्वारा साहब का जिहड़ा इतिहास है संगतां नूं वो जाणू कराओ जी। मीरी पीरी दे मालक साहब श्री गुरु हरगोबिंद साहब जी चरण छो इस पवित्र धरती ते आए सिख चैनल टीम का धन्नवाद। अते मेरे नाल जो बैठे हैं सरदार एकम सिंह जी, उन्होंने दे नाल साथी जो बाबा मस्सा सिंह जी के बेटे हैं, उन्होंने भी जी आया। गुरु प्यारी साध संगत जी, ये स्थान साहब श्री गुरु हरगोबिंद साहब का है। अते बाबा मस्सा सिंह जी जो कि बहुत ही निष्काम सेवा उन्होंने इस स्थान की कीती है। अते अज उन्हों की बरसी ते आप सारे पहुँचे हो, सबनों जी आया है। गुरु प्यारी साध संगत जी, बाबा मस्सा सिंह जी जो कि इस स्थान ते सेवा करते सन, वो तकरीबन 24 घंटे ही सेवा करते रहते सन, क्योंकि जब अद्धी रात तकरीबन 1 बजदा सी तां स्पीकर ला के वो संगत विच बोलते सन, मीरी पीरी दे सच्चे पातशाह, मीरी पीरी दे मालिक सच्चे पातशाह, सभे आसां करी पूरियां। उन्हां दे ये शब्द
ਇਸ ਵੇਲੇ ਪੂਰੇ ਹੋ ਰਹੇ ਹਨ। ਸੰਗਤਾਂ ਦੀ ਜੋ ਮੰਗ ਹੈ, ਸੰਗਤਾਂ ਜੋ ਵੀ ਇੱਥੇ ਅਰਦਾਸ ਕਰਦੀਆਂ ਹਨ ਉਹਨਾਂ ਦੀ ਪੂਰੀ ਹੁੰਦੀ ਹੈ ਅਤੇ ਗੁਰੂ ਮਹਾਰਾਜ ਉਹਨਾਂ ਦੀ ਅਰਦਾਸ ਨੂੰ ਕਬੂਲਦੇ ਹਨ ਅਤੇ ਸਭ ਸੰਗਤਾਂ ਦੀਆਂ ਮੰਗਾਂ ਇੱਥੇ ਪੂਰੀਆਂ ਹੁੰਦੀਆਂ ਹਨ। ਮੀਰੀ ਪੀਰੀ ਦੇ ਮਾਲਕ ਦਾ ਇਹ ਸਥਾਨ ਹੈ। ਅੱਜ ਅਸੀਂ ਉਹਨਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਬਰਸੀ ਮਨਾ ਰਹੇ ਹਾਂ। ਉਹਨਾਂ ਦਾ ਸਾਰਾ ਹੀ ਪਰਿਵਾਰ ਇੱਥੇ ਪਹੁੰਚਿਆ ਹੈ। ਇਸੇ ਹੀ ਸਬੰਧ ਵਿੱਚ ਅੱਜ ਕੈਂਸਰ ਦਾ ਕੈਂਪ ਵੀ ਲਗਾਇਆ ਜਾ ਰਿਹਾ ਹੈ। ਆਪ ਸਾਰੀਆਂ ਸੰਗਤਾਂ ਇਸ ਦਾ ਲਾਭ ਉਠਾ ਰਹੇ ਹੋ। ਇਹ ਸਾਰੀ ਹੀ ਦੇਣ ਬਾਬਾ ਮੱਸਾ ਸਿੰਘ ਜੀ ਦੀ ਹੈ, ਕਿਉਂਕਿ ਬਾਬਾ ਮੱਸਾ ਸਿੰਘ ਜੀ ਇਸ ਸਥਾਨ ਤੇ ਸੇਵਾ ਕੀਤੀ ਤੇ ਇਸ ਵੇਲੇ ਆਪਾਂ ਸਾਰੇ ਉਸ ਦਾ ਫਾਇਦਾ ਲੈ ਰਹੇ ਹਾਂ। ਗੁਰੂ ਮਹਾਰਾਜ ਸਾਰੀਆਂ ਦੀਆਂ ਹੀ ਮੁਰਾਦਾਂ ਪੂਰੀਆਂ ਕਰ ਰਹੇ ਹਨ। ਆਪ ਸਭ ਸੰਗਤਾਂ ਦਾ ਇੱਥੇ ਆਉਣ ਤੇ ਜੀ ਆਇਆਂ। ਧੰਨਵਾਦ। ਮੈਨੇਜਰ ਸਾਹਿਬ ਨੇ ਸਿੱਖ ਚੈਨਲ ਨਾਲ ਗੱਲਬਾਤ ਕੀਤੀ, ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੰਗਤਾਂ ਨੂੰ ਦੱਸਿਆ। ਇਹਨਾਂ ਦੇ ਸਿੱਖ ਚੈਨਲ ਨਾਲ ਗੱਲਬਾਤ ਕਰਨ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੇਜਰ ਸਾਹਿਬ, ਤੁਸੀਂ ਹੋਰ ਸੰਗਤਾਂ ਨੂੰ ਇਤਿਹਾਸ ਦੇ ਬਾਰੇ ਕੀ ਜਾਣਕਾਰੀ ਦੇਣੀ ਚਾਹੁੰਦੇ ਹੋ? ਇਤਿਹਾਸ ਇਸ ਤਰ੍ਹਾਂ ਹੈ, ਗੁਰੂ ਹਰਗੋਬਿੰਦ ਸਾਹਿਬ ਜਦੋਂ ਇੱਥੇ ਆਏ ਸਨ ਤਾਂ ਇਸ ਸਥਾਨ ਤੇ 3 ਦਿਨ ਅਤੇ 2 ਰਾਤਾਂ ਠਹਿਰੇ ਹਨ। ਇਹ ਜੋ ਗੁਰਦੁਆਰਾ ਬੌਲੀ ਸਾਹਿਬ ਹੈ, ਇੱਥੇ ਉਸ ਵੇਲੇ ਦੀਆਂ 2 ਟਾਹਲੀਆਂ ਮੌਜੂਦ ਹਨ ਜਿੱਥੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਠਹਿਰੇ, ਜਿਨੇ ਆਪਣੇ ਘੋੜੇ ਬੱਧੇ ਅਤੇ 6ਵੇਂ ਪਾਤਸ਼ਾਹ ਦਾ ਗੁਰਦੁਆਰਾ 6ਵੇਂ ਪਾਤਸ਼ਾਹ ਨਾਲ ਹੀ ਦੂਜਾ ਗੁਰਦੁਆਰਾ ਹੈ, ਉੱਥੇ ਗੁਰੂ ਸਾਹਿਬ ਆਪ ਠਹਿਰੇ ਸਨ। 3 ਦਿਨ ਤੇ 2 ਰਾਤਾਂ ਗੁਰੂ ਸਾਹਿਬ ਇਸ ਸਥਾਨ ਦੇ ਉੱਤੇ ਰੁਕੇ ਹਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਸਭ ਤੋਂ ਜ਼ਿਆਦਾ ਮੇਰੇ ਹਿਸਾਬ ਦੇ ਨਾਲ ਦੁਆਬੇ ਏਰੀਏ ਵਿੱਚ ਸਭ ਤੋਂ ਜ਼ਿਆਦਾ ਇੱਥੇ ਜਿਹੜੇ ਗੁਰੂ ਸਾਹਿਬ ਜੀ ਆਏ। ਗੁਰੂ ਸਾਹਿਬ ਕਰਤਾਰਪੁਰ ਤੋਂ ਚੌਥੀ ਜੰਗ ਤੋਂ ਬਾਅਦ ਜਦੋਂ ਇੱਥੋਂ ਆਏ ਚਮਾਸੇ ਕੱਟ ਕੇ ਤੇ ਇੱਥੇ ਉਹ ਗੁਰੂ ਸਾਹਿਬ ਰੁਕੇ ਹਨ। 3 ਦਿਨ ਤੇ 2 ਰਾਤਾਂ ਇਸ ਸਥਾਨ ਤੇ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਗੱਲ ਕਰੂੰਗਾ ਸਰਦਾਰ ਏਕਮ ਸਿੰਘ ਦੇ ਨਾਲ, ਜੋ ਇੰਗਲੈਂਡ ਤੋਂ ਆਏ ਹੋਏ ਹਨ, ਜਿਨ੍ਹਾਂ ਨੇ ਇਸ ਗੁਰਦੁਆਰਾ ਸਾਹਿਬ ਵਿੱਚ ਵਰਲਡ ਕੇਅਰ ਕੈਂਸਰ ਜੋ ਕੈਂਪ ਲਗਾਇਆ ਹੋਇਆ ਹੈ ਤੇ ਅੱਜ ਜੋ ਬਾਬਾ ਮੱਸਾ ਸਿੰਘ ਜੀ ਦਾ ਵੀ ਬਰਸੀ ਜਿਹੜੀ ਉਹ ਮਨਾਈ ਜਾ ਰਹੀ ਹੈ। ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਰਦਾਰ ਏਕਮ ਸਿੰਘ ਜੀ ਜੋ ਬਾਬਾ ਮੱਸਾ ਸਿੰਘ ਜੀ ਦੇ ਸਪੁੱਤਰ ਵੀ ਹਨ ਤੇ ਇਹਨਾਂ ਕੋ ਪਹਿਲਾਂ ਸਭ ਤੋਂ ਪਹਿਲਾਂ ਫਤਿਹ ਬੁਲਾਉਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਤੁਸੀਂ ਅੱਜ ਜਿੱਦਾਂ ਬਾਬਾ ਮੱਸਾ ਸਿੰਘ ਜੀ ਦਾ ਜੋ ਬਰਸੀ ਮਨਾਈ ਜਾ ਰਹੀ ਹੈ, ਤੁਸੀਂ ਅੱਜ ਵਰਲਡ ਕੈਂਸਰ ਕੇਅਰ ਵੀ ਦਿਨ ਜਿਹੜਾ ਉਹ ਵੀ ਤੁਸੀਂ ਮਨਾ ਰਹੇ, ਸੰਗਤਾਂ ਦੇ ਜਿਹੜਾ ਗਰੀਬ ਲੋਕਾਂ ਦੀ ਜਿਹੜੀ ਤੁਸੀਂ ਉਹ ਹੈਲਪ ਕਰ ਰਹੇ ਆ ਤੇ ਜਿਨ੍ਹਾਂ ਨੂੰ ਕਈ ਬਿਮਾਰੀਆਂ ਲੱਗੀਆਂ ਤੇ ਭਿਆਨਕ ਰੋਗ ਜਿਹੜੇ ਲੱਗੇ ਹੋਏ ਆ ਉਹ ਵੀ ਉਹਨਾਂ ਦੀ ਰੋਕਥਾਮ ਜਿਹੜੀ ਹੋ ਰਹੀ ਆ, ਤੇ ਤੁਸੀਂ ਇਸ ਦੇ ਉਹ ਦਿਨ ਮਨਾਇਆ ਜਾ ਰਿਹਾ ਤੇ ਜੋ ਅੱਜ ਕੈਂਪ ਲੱਗਾ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ? ਹਾਂਜੀ, ਸਰਬੱਤ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤਾ ਤਾਂ ਨਹੀਂ ਇੰਨਾ ਕੁਛ ਜਾਣਦਾ ਕਿਉਂਕਿ ਮੈਂ ਬਹੁਤਾ ਸਮਾਂ ਰਿਹਾ ਇੰਗਲੈਂਡ ਵਿੱਚ ਹੀ, ਤੇ ਲੇਕਿਨ ਇੰਨਾ ਕਹਾਂਗਾ ਕਿ ਪਿਤਾ ਜੀ ਜਿਸ ਵੇਲੇ ਮੇਰੇ ਕੋਲ ਗਏ ਸੀ ਇੰਗਲੈਂਡ ਦੇ ਵਿੱਚ, ਉੱਥੇ 6 ਮਹੀਨਿਆਂ ਦਾ ਵੀਜ਼ਾ ਲੱਗਿਆ ਸੀ, ਪਰ ਮਹੀਨੇ ਵਿੱਚ ਹੀ ਉੱਥੇ ਬਹੁਤ ਕਾਹਲੇ ਪੈ ਗਏ ਕਿਉਂਕਿ ਮੈਂ ਕੰਮ ਦੇ ਉੱਤੇ ਹੁੰਦਾ ਸੀ। ਉਹ ਘਰ ਬੈਠੇ ਬੋਰ ਹੁੰਦੇ, ਕਹਿੰਦੇ ਮੈਨੂੰ ਕਿੱਥੇ ਸੱਦ ਲਿਆ ਤੂੰ, ਮੈਨੂੰ ਆਵਾਜ਼ਾਂ ਪੈਂਦੀਆਂ, ਮੈਂ ਤਾਂ ਉੱਥੇ ਜਾਣਾ ਹੈਗਾ ਆ। ਬਸ ਉਹ ਜਦੋਂ ਮੇਰੇ ਕੋਲੋਂ ਆਇਆ ਇੱਥੇ ਆ ਕੇ ਆਪਣੇ ਇਹ ਖੂਹ ਹੁੰਦਾ ਸੀਗਾ ਇੱਥੇ, ਇਹ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਸੀਗੀ, ਤੇ ਇੱਥੇ ਹੀ ਆ ਕੇ ਬਸ ਉਹ ਮੁੜ ਕੇ ਘਰ ਹੀ ਨਹੀਂ ਗਏ। ਇੱਥੇ ਆ ਕੇ ਉਹਨਾਂ ਨੇ ਬਸ ਇਹ ਗੁਰਦੁਆਰਾ ਸਾਹਿਬ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਨਾਲ ਭਗਤੀ ਵਿੱਚ ਰੁੱਝ ਗਏ। ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੁੰਦੇ ਸੀ ਹਰ ਵੇਲੇ। ਪਿੰਡ ਵਿੱਚ ਵੀ ਜਾਣਾ ਤਾਂ ਵੀ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਇਹੋ ਹੀ ਜਾਪ ਰੱਟੀ ਰੱਖਣਾ। ਕਈ ਵਾਰੀ ਮੈਨੂੰ ਇੱਥੇ ਜਦੋਂ ਮੈਂ ਹਰ ਸਾਲ ਆਉਂਦਾ ਹੁੰਦਾ ਸੀ ਤੇ ਮੈਨੂੰ ਲੋਕਾਂ ਨੇ ਦੱਸਣਾ ਵੀ ਉਹ ਅੱਧੀ ਅੱਧੀ ਰਾਤ ਨੂੰ ਵੀ ਨੱਚਦੇ ਹੁੰਦੇ ਸੀਗੇ ਤੇ ਪਿਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਿਤਾ ਜੀ ਕਹਿੰਦੇ ਸੀਗੇ ਵੀ ਮੇਰੇ ਪਿਤਾ ਜੀ ਹੈਗੇ ਆ ਤੇ ਮੈਂ ਉਹਨਾਂ ਦਾ ਹੁਕਮ ਹੈਗਾ ਆ, ਮੈਂ ਇੱਥੇ ਆ ਬਣਾਉਣਾ ਹੈਗਾ ਆ, ਤੇ ਉਹ ਫਿਰ ਬਣਾਉਂਦੇ ਰਹੇ ਹੈਗੇ ਆ। ਤੇ ਫਿਰ ਇੱਥੇ ਉਹਨਾਂ ਨੇ ਅਣਥੱਕ ਸੇਵਾ ਕੀਤੀ ਹੈਗੀ ਆ ਤੇ ਅਖੀਰੀ ਇੱਥੋਂ ਤਾਈਂ ਵੀ ਹੋ ਗਿਆ। ਫਿਰ ਮੈਂ 1-2 ਵਾਰੀ ਆਇਆ, ਮੇਰੇ ਨਾਲ ਮੇਰਾ ਮਾਮਾ ਜੀ ਲੜਕੇ ਆ ਸੀ, ਮਾਸੀ ਦਾ ਲੜਕੇ ਵੀ ਹੁੰਦੇ ਸੀ। ਇੱਕ ਵਾਰੀ ਮੈਂ ਇੱਥੇ ਆਇਆ, ਉੱਪਰ ਬੈਠੇ ਸੀਗੇ
ਆਪਣੇ ਗੁਰਦੁਆਰਾ ਸਾਹਿਬ ਬਣ ਰਹੇ ਸੀਗੇ ਤੇ ਇਹ ਪੁੱਛਦੇ ਆ ਵੀ ਆ ਮੇਰੇ ਬਾਰੇ ਵੀ ਤਾਂ ਇਹਨੂੰ ਜਾਣਦੇ ਹੋ ਕੌਣ ਆ? ਤੋ ਮੇਰੇ ਵੱਲ ਦੇਖ ਕੇ ਕਹਿਣ ਲੱਗੇ ਜੀ ਮੈਨੂੰ ਨਹੀਂ ਪਤਾ ਇਹ ਕੌਣ ਆ ਹੈ ਜੀ। ਤੇ ਫਿਰ ਇਹਨਾਂ ਨੇ ਜੋ ਦੱਸਿਆ ਤੇ ਫਿਰ ਬੜੇ ਖੁਸ਼ ਹੋਏ। ਸੋ ਇੱਦਾਂ ਫਿਰ ਉਹਨਾਂ ਦੀ ਲਗਨ ਹੀ ਇੱਧਰ ਲੱਗ ਗਈ ਸੀਗੀ। ਉਹਨਾਂ ਨੂੰ ਨਾ ਘਰ ਨਾਲ ਮੋਹ ਰਿਹਾ ਸੀਗਾ ਨਾ ਹੋਰ ਕਿਸੇ ਨਾਲ, ਸਿਵਾਏ ਗੁਰੂ ਗ੍ਰੰਥ ਸਾਹਿਬ ਦੀ ਜਾਂ ਇੱਥੇ ਸੇਵਾ ਕਰਨੀ ਹੈਗੀ ਆ ਤੇ ਆਪਣੇ ਮਗਰ ਰਹਿਣਾ ਹੈਗਾ ਆ। ਸਿਰਫ ਇਸੇ ਗੱਲ ਦੇ ਵਿੱਚ ਹੀ ਉਹ ਆਪਣਾ ਜਿਹੜਾ ਸੀਗਾ ਜੀਵਨ ਜਿਹੜਾ ਸੀ ਉਹਨਾਂ ਨੇ ਬਤੀਤ ਕਰਤਾ। ਜੋ ਵੀ ਕੁਛ ਸੀਗਾ ਮੈਨੂੰ ਵੀ ਅਖੀਰੀ ਦੇ ਉੱਤੇ ਕਹਿ ਗਏ ਤੈਨੂੰ ਵਾਹਿਗੁਰੂ ਬਹੁਤ ਕੁਛ ਦਊਗਾ। ਉਹਨਾਂ ਦੇ ਅਸੀਸਾਂ ਸਦਕਾ ਮੈਂ ਵਾਹਿਗੁਰੂ ਦੀ ਕਿਰਪਾ ਹੈਗੀ ਹੈ, ਬੜਾ ਕੁਛ ਵਾ ਮੇਰੇ ਕੋਲ। ਤੇ ਉਹ ਸਾਰਾ ਕੁਛ ਜੋ ਘਰ ਵੀ ਕਹਿੰਦੇ ਤੇਰਾ ਨਹੀਂ ਹੈਗਾ ਉਹ ਵੀ ਮੈਂ ਇਹਨਾਂ ਨੂੰ ਪਤਾ, ਸਰਦਾਰ ਤਰਲੋਚਨ ਸਿੰਘ ਜੀ ਹੋਣੀ, ਇਹਨਾਂ ਨੂੰ ਮੈਂ ਕਿਹਾ ਵੀ ਮੁੱਲ ਪਵਾ ਕੇ ਦੱਸੋ। ਮੈਂ ਉਹ ਵੀ ਪੈਸਾ ਜਿਹੜਾ ਸੀਗਾ ਦੇ ਦਿੱਤਾ, ਉਹ ਇੱਥੇ ਹੀ ਤਕਰੀਬਨ। ਸੋ ਜੋ ਵੀ ਕੁਛ ਸੀਗਾ ਉਹ ਕਹਿੰਦੇ ਵੀ ਤੈਨੂੰ ਵਾਹਿਗੁਰੂ ਦੇਊਗਾ, ਪਰ ਜੋ ਕੁਛ ਆ ਹੈਗਾ ਇਹ ਸਾਰਾ ਇੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਹੀ ਆ। ਤੇ ਉਹਨਾਂ ਨੇ ਇਹ ਬੌਲੀ ਸਾਹਿਬ ਬਣਾਈ ਆ ਤੇ ਇੱਥੇ ਫਿਰ ਅੱਜ ਉਹਨਾਂ ਦਾ ਸਦਕਾ ਹੀ ਸਾਰਾ ਇਲਾਕਾ ਜਿਹੜਾ ਆ ਉਹਨਾਂ ਦੀ ਬਰਸੀ ਹਰ ਸਾਲ ਮਨਾਉਂਦਾ ਹੈਗਾ ਆ ਤੇ ਉਹਨਾਂ ਦੀਆਂ ਅਸੀਸਾਂ ਲੈਂਦਾ ਹੈਗਾ ਆ, ਉਹਨਾਂ ਨੂੰ ਯਾਦ ਕਰਦਾ ਹੈਗਾ ਆ। ਤੇ ਮੰਮੀ ਆ ਥੋੜ੍ਹਾ ਜਿਹਾ ਠੀਕ ਨਾ ਹੋਣ ਕਰਕੇ 3-4 ਸਾਲ ਨਹੀਂ ਆ ਸਕਿਆ ਸੀ। ਐਤਕਾਂ ਮੇਰੇ ਮਨ 'ਚ ਹੀ ਆਈ ਵੀ ਚਲੋ ਜੇ ਵਾਹਿਗੁਰੂ ਕਿਰਪਾ ਕਰਨ ਤਾਂ ਮੈਂ ਜਾਵਾਂ। ਤੇ ਨਾਲ ਹੀ ਫਿਰ ਆ ਜਿਹੜਾ ਕੈਂਪ ਦਾ ਸੀਗਾ ਇਹ ਸਰਦਾਰ ਕੁਲਵੰਤ ਸਿੰਘ ਜੀ ਧਾਲੀਵਾਲ ਜਿਹੜੇ ਕਿ ਇਹਦੇ ਹੈੱਡ ਨੇ, ਉਹਨਾਂ ਨਾਲ ਮੇਰੀ ਗੱਲ ਹੋਈ ਤੇ ਉਹ ਕਹਿਣ ਲੱਗੇ ਵੀ ਗੱਲ ਹੀ ਕੋਈ ਨਹੀਂ ਹੈਗੀ, ਕੈਂਪ ਲਵਾਵਾਂਗੇ, ਸਗੋਂ ਇਹ ਚੰਗੀ ਗੱਲ ਹੈਗੀ ਆ ਵੀ ਜੇ ਗਰੀਬਾਂ ਦਾ ਭਲਾ ਹੋ ਸਕੇ। ਸੋ ਇਸ ਕਰਕੇ ਉਹ ਪ੍ਰਬੰਧ ਕੀਤਾ। ਇਸ ਵੇਲੇ ਲਗਾਇਆ ਹੋਇਆ ਹੈਗਾ ਕੈਂਪ ਤੇ ਇਹ ਵੀ ਖਰੇ ਵਾਹਿਗੁਰੂ ਦੀ ਕਿਰਪਾ ਹੈਗੀ ਆ ਵੀ ਮੈਂ ਇੱਥੇ ਚਲੋ ਹੈਗਾ, ਨਹੀਂ ਤਾਂ ਮੇਰੀ ਸਿਹਤ ਇੰਨੀ ਠੀਕ ਨਹੀਂ ਹੈਗੀ। ਫਿਰ ਵੀ ਮਤਲਬ ਉਹਨਾਂ ਦਾ ਸਦਕਾ, ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਦਾ ਸਦਕਾ, ਪਿਤਾ ਜੀ ਦੇ ਆਸ਼ੀਰਵਾਦ ਦਾ ਸਦਕਾ ਮੈਂ ਇੱਥੇ ਅੱਜ ਹਾਜ਼ਰੀ ਲਵਾ ਰਿਹਾ ਹੈਗਾ ਆ ਤੇ ਸੰਗਤਾਂ ਦੀਆਂ ਅਸੀਸਾਂ ਲੈ ਰਿਹਾ ਹੈਗਾ। ਸੋ ਇੰਨਾ ਕੁਛ ਕਹਿੰਦਾ ਹੋਇਆ ਕਿ ਮੈਂ ਤਾਂ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਏਕਮ ਸਿੰਘ ਜੀ, ਤੁਸੀਂ ਜਿੱਦਾਂ ਤੁਹਾਡੇ ਪਿਤਾ ਜੀ ਨੇ ਬਹੁਤ ਸਾਰੀ ਉਮਰ ਸੇਵਾ ਕੀਤੀ ਤੇ ਤੁਸੀਂ ਜਿਹੜੀ ਅੱਜ ਸੇਵਾ ਕਰ ਰਹੇ ਹੋ ਕੈਂਪ ਲਗਾ ਕੇ, ਇਹ ਵੀ ਇੱਕ ਬਹੁਤ ਵੱਡੀ ਸੇਵਾ, ਕਿਉਂਕਿ ਇਹ ਜਿਹੜੀ ਬਿਮਾਰੀ ਆ ਕੈਂਸਰ ਦੀ, ਇਹ ਘਰ ਘਰ ਜਿਹੜੀ ਬਿਮਾਰੀ ਫੈਲ ਚੁੱਕੀ ਆ ਤੇ ਤੁਸੀਂ ਤੁਹਾਡੀ ਚਲੋ ਸਿਹਤ ਠੀਕ ਨਹੀਂ ਕਰਕੇ ਤੁਸੀਂ ਜਿਹੜੀ ਉੱਥੇ ਪੂਰੀ ਦੁਨੀਆ ਸਿੱਖ ਚੈਨਲ ਦੇਖ ਰਿਹਾ, ਤੁਸੀਂ ਉੱਥੇ ਜਿਹੜੇ ਆ NRI ਵੀਰ ਆ, ਤੁਸੀਂ ਇਹੋ ਜਿਹੇ ਕੈਂਪ ਲਾਉਣ ਬਾਰੇ ਉਸ ਤੇ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ? ਮੈਂ ਤਾਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਹਰ ਪਿੰਡ ਦੇ ਵਿੱਚ ਇਹ ਜਿਹੜਾ ਕੈਂਸਰ ਦਾ ਕੈਂਪ ਆ ਇਹ ਲੱਗਣਾ ਚਾਹੀਦਾ ਹੈ, ਕਿਉਂਕਿ ਇਹ ਜੋ ਇਹਨਾਂ ਨੇ ਬੀੜਾ ਚੁੱਕਿਆ ਹੈ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਹੈ। ਕਿਉਂਕਿ ਜਾਗਰੂਕਤੀ ਲਿਆਉਣ ਲਈ, ਕਿਉਂਕਿ ਇੱਕ ਤਾਂ ਹੈ ਜੇ ਮੈਂ ਇੰਨੀ ਗੱਲ ਕਹਿਣ ਤੋਂ ਨਾ ਝਿਜਕਾਂ ਕਿ ਲੋਕ ਕੈਂਸਰ ਦੇ ਨਾਂ ਤੋਂ ਹੀ ਬਹੁਤ ਡਰਦੇ ਆ। ਇਹ ਬਿਲਕੁਲ ਡਰਨਾ ਨਹੀਂ ਚਾਹੀਦਾ। ਕੈਂਸਰ ਦੀ ਬਿਮਾਰੀ ਦਾ ਇਲਾਜ ਹੈਗਾ, ਲੇਕਿਨ ਜੇ ਤੁਹਾਨੂੰ ਅਸੀਂ ਅਵੇਅਰਨੈਸ ਦੇਵਾਂਗੇ ਤਦੇ ਹੀ ਇਹਦਾ ਉਪਾਅ ਹੋ ਸਕਦਾ ਆ। ਸੋ ਘਬਰਾਉਣ ਦੀ ਲੋੜ ਨਹੀਂ ਹੈ, ਟੈਸਟ ਕਰਵਾਓ। ਇੰਨੀਆਂ ਵੀ ਸ਼ਿਕਾਇਤਾਂ ਸਾਡੇ ਕੋਲ ਆਈਆਂ ਹਨ ਕਿ ਲੋਕੀ ਕੈਂਸਰ ਦੇ ਨਾਂ ਤੋਂ ਜੇ ਕੈਂਸਰ ਹੋ ਗਿਆ ਤਾਂ ਪਤਾ ਨਹੀਂ ਕੀ ਹੋਊਗਾ ਹੈ, ਉਹ ਕਈ ਚੈੱਕਅਪ ਕਰਾਉਂਦੇ ਹੀ ਨਹੀਂ ਹੈਗੇ ਆਪਣੀ। ਲੇਕਿਨ ਚੈੱਕਅਪ ਕਰਾਉਣਾ ਬਹੁਤ ਜ਼ਰੂਰੀ ਆ। ਇਹਨੂੰ ਮੁੱਢਲੀ ਸਟੇਜ ਤੋਂ ਫੜ ਲਿਆ ਜਾਵੇ ਤਾਂ ਇਹਦਾ ਇਲਾਜ ਹੈਗਾ ਆ, ਘਬਰਾਉਣ ਦੀ ਲੋੜ ਨਹੀਂ। ਇਸ ਲਈ ਸਾਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਘਬਰਾਉਣਾ ਨਹੀਂ, ਟੈਸਟ ਹੋ ਜਾਣ। ਸਗੋਂ ਇਹ ਬਹੁਤ ਚੰਗੀ ਗੱਲ ਹੈਗੀ ਆ ਕਿ ਫ੍ਰੀ ਟੈਸਟ ਹੋ ਰਹੇ ਆ। ਫਿਰ ਨਾਲ ਦਵਾਈਆਂ ਵੀ ਜਿਹੜੀਆਂ ਉਹ ਵੀ ਫ੍ਰੀ ਦਿੱਤੀਆਂ ਜਾਣਗੀਆਂ, ਜਿਹਦੇ ਨਾਲ ਕਿ ਗਰੀਬ ਤੋਂ ਗਰੀਬ ਵੀ ਇਹਦਾ ਫਾਇਦਾ ਲੈ ਸਕਦਾ ਹੈ। ਕਿਉਂਕਿ ਉੱਦਾਂ ਹਸਪਤਾਲਾਂ ਦੇ ਵਿੱਚ ਚੈੱਕਅਪ ਕਰਵਾਇਆ ਜਾਵੇ ਤਾਂ ਕਿੰਨੇ ਪੈਸੇ ਡਾਕਟਰ ਲੈਂਦੇ ਨੇ। ਸੋ ਇਸ ਲਈ ਇਹ ਸੀਗਾ ਮੇਰੇ ਦਿਲ 'ਚ ਸੀਗਾ ਵੀ ਜੇ ਪਿਤਾ ਜੀ ਦਾ ਆਸ਼ੀਰਵਾਦ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੱਥ ਹੋਵੇ ਤੇ ਇੱਕ ਵਾਰੀ ਮੈਂ ਮਤਲਬ ਲਵਾਵਾਂ। ਸੋ ਉਹਨਾਂ ਦੀ ਬਖਸ਼ਿਸ਼ ਦਾ ਸਦਕਾ ਅੱਜ ਇਹ ਕੈਂਪ ਲਵਾਇਆ ਤਾਂ ਕਿ ਹਰ ਇੱਕ ਇਹਦੇ ਤੋਂ ਫਾਇਦਾ ਲੈ ਸਕੇ ਤੇ ਅਵੇਅਰ ਹੋ ਸਕੇ। ਸਰਦਾਰ ਏਕਮ ਸਿੰਘ ਜੀ ਨੇ ਬਹੁਤ ਵਧੀਆ ਗੱਲ ਜਿਹੜੀ ਕਹੀ ਹੈ ਕਿ ਜਦੋਂ ਆਪਾਂ ਨੂੰ ਕਿਸੇ ਨੂੰ ਬਿਮਾਰੀ ਜਿਹੜੀ ਆ ਇਹ ਫ੍ਰੀ ਚੈੱਕਅਪ ਹੁੰਦਾ, ਇਹ ਜਿਹੜਾ ਜ਼ਰੂਰ ਚੈੱਕਅਪ ਕਰਾਉਣਾ ਚਾਹੀਦਾ। ਇਸ ਚੈੱਕਅਪ ਕਰਾਉਣ ਤੋਂ ਬਿਲਕੁਲ ਜਿਹੜਾ ਆਪਾਂ ਨੂੰ ਡਰਨਾ ਨਹੀਂ ਚਾਹੀਦਾ, ਕਿਉਂਕਿ ਜਿਹੜੀ ਬਿਮਾਰੀ ਸ਼ੁਰੂ ਆ, ਜਿਹੜੀ ਬਿਮਾਰੀ ਕੋਈ ਵੀ ਆ ਉਹ ਫੜੀ ਜਾ ਸਕਦੀ, ਉਹਦਾ ਇਲਾਜ ਹੈਗਾ ਤੇ ਬਾਅਦ 'ਚ ਇਹਦਾ ਇਲਾਜ ਜਿਹੜਾ ਵਾ ਬਹੁਤ ਔਖਾ ਹੁੰਦਾ ਤੇ ਦਰ ਆਪਾਂ ਨੂੰ ਜਿਹੜੇ ਧੱਕੇ ਖਾਣੇ ਪੈਂਦੇ ਆ। ਤੇ ਸਰਦਾਰ ਏਕਮ ਸਿੰਘ ਜੀ, ਤੁਸੀਂ ਸਿੱਖ ਚੈਨਲ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਦਾ ਵੀ ਬਹੁਤ ਧੰਨਵਾਦ, ਤੁਸੀਂ ਇੱਥੇ ਆਏ ਹੋ। ਔਰ ਇਹ ਮੇਰੀ ਬੇਨਤੀ ਦੇ ਉੱਤੇ ਜਦੋਂ ਮੇਰੀ ਰਮਨਜੀਤ ਨਾਲ ਗੱਲ ਹੋਈ, ਉਹ ਕਹਿਣ ਲੱਗੇ ਕੋਈ ਗੱਲ ਨਹੀਂ ਅੰਕਲ ਜੀ, ਵੀ ਕੈਂਪ ਜ਼ਰੂਰ ਲੱਗੂਗਾ। ਆਪਣੇ ਪਹੁੰਚਣਗੇ, ਤੁਹਾਡਾ ਨਾਂ ਲਿਆ ਸੀ ਵੀ ਅਮਰਜੀਤ ਸਿੰਘ ਜੀ, ਵੀ ਉਹਨਾਂ ਨਾਲ ਕੰਟੈਕਟ ਕਰ ਲਿਓ, ਜ਼ਰੂਰ ਪਹੁੰਚ ਗਏ। ਸੋ ਤੁਸੀਂ ਆਏ ਹੋ, ਕਵਰੇਜ ਕਰ ਰਹੇ ਹੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਉੱਥੇ ਮੇਰੀ ਸਿੱਖ ਚੈਨਲ ਦੇ ਨਾਲ ਗੱਲ ਹੁੰਦੀ ਰਹਿੰਦੀ ਹੈ। ਸਰਦਾਰ ਦਿਲਬਾਗ ਸਿੰਘ ਹੋਣੀ ਜਿਹੜੇ ਸਵੇਰ ਨੂੰ ਪ੍ਰੋਗਰਾਮ ਦਿੰਦੇ ਨੇ 7 ਤੋਂ 9 ਤਾਈਂ,
ਉਹਦੇ ਵਿੱਚ ਵੀ ਮੇਰੀ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਸੋ ਇਸ ਲਈ ਉਹ ਇਸ ਵੇਲੇ ਆ ਫਿਲਮ ਵੀ ਬਣਾ ਰਹੇ ਨੇ ਇੱਥੇ, ਉਹਨਾਂ ਦਾ ਲੜਕੇ ਬਘੇਲ ਸਿੰਘ ਹੁਣੀ ਆਏ ਚੰਡੀਗੜ੍ਹ, ਅਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ, ਅਤੇ ਸ਼ਾਇਦ ਹੋ ਸਕਿਆ ਤਾਂ ਮੈਂ ਉਹਨਾਂ ਨੂੰ ਮਿਲ ਕੇ ਜਾਊਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਮੈਂ ਗੱਲ ਕਰੂੰਗਾ ਸਰਦਾਰ ਤਰਲੋਚਨ ਸਿੰਘ ਜੀ, ਜੋ ਇਸ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾ ਰਹੇ ਹਨ। ਇਹ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਮੈਂ ਫਤਿਹ ਬੁਲਾਉਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਰਲੋਚਨ ਸਿੰਘ, ਜਿਨ੍ਹਾਂ ਨੂੰ ਕਿ ਚਲੋ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਸੇਵਾ ਮਿਲਦੀ ਹੈ। ਅਸੀਂ ਬਾਬਾ ਜੀ ਦੇ ਨਾਲ ਵੀ ਸੇਵਾ ਕਰਦੇ ਰਹੇ ਹਾਂ। ਮੈਂ ਇੱਕ ਬਾਬਾ ਜੀ ਦੀ ਖਾਸੀਅਤ ਇਹ ਦੱਸਣੀ ਚਾਹੁੰਦਾ, ਕਿਉਂਕਿ ਉਹਨਾਂ ਦੀ ਚੜ੍ਹਾਈ ਤੋਂ ਬਾਅਦ ਜਦੋਂ ਅਸੀਂ ਇੱਥੇ ਕਮੇਟੀ ਬਣਾਈ, ਬਾਬਾ ਮੱਸਾ ਸਿੰਘ ਕਮੇਟੀ, ਅਸੀਂ ਕੰਮ ਸ਼ੁਰੂ ਕਰਾਇਆ, ਕਿਉਂਕਿ ਅਸੀਂ ਕਦੀ ਕਾਰ ਸੇਵਾ ਕਰਵਾਈ ਨਹੀਂ ਸੀ। ਅਸੀਂ ਬਹੁਤ ਘਾਬਰਦੇ ਸੀਗੇ, ਅਤੇ ਜਿਸ ਤਰ੍ਹਾਂ ਰਾਤ ਨੂੰ ਮੈਨੂੰ ਸੁਪਨਾ ਆਇਆ ਕਿ ਅਸੀਂ ਕੰਮ ਸ਼ੁਰੂ ਕਰਵਾਇਆ ਅਸੀਂ, ਅਤੇ ਮੈਂ ਕਿਹਾ ਕੰਮ ਆਪਾਂ ਜ਼ਿਆਦਾ ਸ਼ੁਰੂ ਕਰਵਾ ਲਿਆ, ਵੀ ਪੈਸੇ ਜਿਹੜੇ ਆ ਉਹ ਕਿਸ ਤਰ੍ਹਾਂ ਆਪਾਂ ਅਰੇਂਜ ਕਰਨਾ ਹੈ। ਅਤੇ ਜਿੱਦਾਂ ਇੱਥੇ ਇੱਕ ਵੈਸੇ ਹੀ ਕੋਈ ਟੱਠੀ ਜੀ ਦੁਕਾਨ ਜੀ ਦੇ ਵਿੱਚ ਸੰਗਤ ਖਲੋਤੀ ਹੈ, ਚਾਹ ਪੀਣ ਰਹੀ ਹੈ। ਮੈਨੂੰ ਕਿਸੇ ਨੇ ਪੁੱਛਿਆ ਵੀ ਜਦੋਂ ਬਾਬਾ ਜੀ ਸਤਿਨਾਮ ਵਾਹਿਗੁਰੂ ਕਰਕੇ ਭੰਗੜਾ ਪਾਉਂਦੇ ਹੁੰਦੇ ਸੀ, ਨੱਚਦੇ ਟੱਪਦੇ ਸੀ, ਕਿੱਥੇ ਸੀ? ਮੈਂ ਕਿਹਾ ਇੱਥੇ ਸੀਗੇ। ਅਤੇ ਉਹਨਾਂ 'ਚ ਇਹਨੂੰ ਮੈਂ ਕਿਹਾ ਵੀ ਉਹ ਦੇਖਾਂ ਬਾਬਾ ਜੀ, ਤੁਹਾਨੂੰ ਪਤਾ ਨਹੀਂ ਲੱਗ ਰਿਹਾ ਵੀ ਬਾਬਾ ਜੀ ਜਿੱਦਾਂ ਕੋਈ ਉੱਤੋਂ ਬੰਦੇ ਨੂੰ ਹੇਠਾਂ ਨੂੰ ਲਟਕਾ ਦਿੰਦਾ, ਇਸ ਤਰ੍ਹਾਂ ਬਾਬਾ ਜੀ ਥੱਲੇ ਨੂੰ ਮੈਨੂੰ ਦਿਸੇ ਆ। ਮੈਂ ਸਾਰਿਆਂ ਨੂੰ ਦੱਸਿਆ, ਅਤੇ ਬਾਬਾ ਜੀ ਕੁਝ ਬੋਲੇ ਨਹੀਂ। ਉਹਨਾਂ ਨੇ ਇੱਕ ਨੋਟਾਂ ਦੇ ਦੱਥੀ ਦੇ ਉੱਤੇ ਮੇਰਾ ਹੱਥ ਰਖਾ ਦਿੱਤਾ, ਅਤੇ ਅਸੀਂ ਉਦੋਂ ਹੀ ਇਹ ਸਾਰਾ ਪਟਾਤਾ। ਸਾਨੂੰ ਇਹ ਯਕੀਨ ਹੋ ਗਿਆ ਵੀ ਪੈਸੇ ਮਹਾਰਾਜ ਭੇਜੇਗਾ। ਅਸੀਂ 30,000 ਲੈ ਕੇ, ਜੋ ਬਾਬਾ ਜੀ ਦੇ ਨਾਂ 80,000 ਰੁਪਈਆ ਜਮ੍ਹਾਂ ਸੀਗਾ, ਪਰਿਵਾਰ ਕੋਲੋਂ ਅਸੀਂ ਅਟੋਰਨੀ ਲੈ ਕੇ ਉਹ ਸਾਰੇ ਪੈਸੇ ਕੇਸ ਕਰਕੇ ਇਹਨਾਂ ਦੇ ਨਾਂ ਕਰਵਾ ਕੇ ਉਹ ਪਰਿਵਾਰ ਨੇ ਸਾਨੂੰ ਦਿੱਤੇ, ਜਿਨ੍ਹਾਂ ਵਿੱਚੋਂ ਪਹਿਲੋਂ 30,000 ਰੁਪਈਆ ਲੈ ਕੇ ਕੰਮ ਸ਼ੁਰੂ ਕਰਾਇਆ ਸੀ। ਮਹਾਰਾਜ ਦੀ ਕਿਰਪਾ ਦੇ ਨਾਲ ਸਾਰਾ ਜਿਹੜਾ ਇਹ ਪੱਥਰ ਲੱਗ ਗਿਆ ਸੀ, 30,000 ਰੁਪਈਆ ਸਾਡੇ ਕੋਲ ਫਿਰ ਬਚ ਗਿਆ ਸੀਗਾ। ਸੋ ਇਹ ਹੈ ਕਿ ਬਾਬਾ ਜੀ ਦੀ ਇੱਕ ਇਹ ਸ਼ਰਤ ਸੀ ਵੀ ਤੁਸੀਂ ਜਿੱਦਾਂ ਉਹ ਡਾਕਟਰ ਗਰੰਟੀ ਲੈ ਕੇ ਦਿੰਦੇ ਆ ਨਾ ਵੀ ਆਹ ਤੁਹਾਡਾ ਜਾਂ ਠੀਕ ਹੋ ਜਾਊਗਾ, ਉਹ ਕਹਿੰਦੇ ਤੂੰ ਸੇਵਾ ਕਰਕੇ ਦੇਖ, ਜੇ ਤੇਰਾ ਕੰਮ ਨਾ ਹੋਊਗਾ ਤਾਂ ਮੈਨੂੰ ਫੜ ਲਈ। ਔਰ ਜਿਹੜਾ ਅਸੀਂ ਪ੍ਰਤੱਖ ਦੇਖਿਆ, ਮੈਂ ਇਹੀ ਜ਼ਿਆਦਾ ਮਤਲਬ ਦੱਸਣਾ ਚਾਹੁੰਦਾ ਸੀਗਾ ਕਿ ਕਈ ਆਪਾਂ ਕਿ ਨਾਰਮਲ ਬੰਦਾ ਸਮਝ ਕੇ ਸਮਝ ਨਹੀਂ ਸਕਦੇ, ਉਹਨਾਂ ਨੂੰ ਜਿਹਨੇ ਸਮਝਿਆ ਉਹਨਾਂ ਨੂੰ ਜ਼ਰੂਰ ਕੁਝ ਪ੍ਰਾਪਤ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਤਰਲੋਚਨ ਸਿੰਘ ਜੀ ਨੇ ਇੱਕ ਬੜੀ ਵਧੀਆ ਗੱਲ ਦੱਸੀ ਕਿ ਜਿਹੜਾ ਬੰਦਾ ਕੋਈ ਵੀ ਜਿਹੜਾ ਵਾ ਉਹ ਸੱਚੀ ਸ਼ਰਧਾ ਨਾਲ ਕੋਈ ਆਪਣਾ ਕੰਮ ਕਰਦਾ, ਸੇਵਾ ਕਰਦਾ, ਉਹਦੀ ਜਿਹੜੀ ਹੈ ਸੇਵਾ ਉਹ ਮਹਾਰਾਜ ਉਹ 'ਚ ਬਰਕਤਾਂ ਪਾਉਂਦਾ। ਠੀਕ ਹੈ, ਜਿਸ ਤਰ੍ਹਾਂ ਕਿ ਬਾਬਾ ਮੱਖਣ ਸ਼ਾਹ ਜੀ ਲਵਾਣਾ ਜੀ ਨੇ ਆਪਣੀ ਸ਼ਰਧਾ ਦੇ ਨਾਲ ਸੁਖਣਾ ਸੁਖੀ, ਅਤੇ ਜਿਹੜੇ ਗੁਰੂ ਉਹਨਾਂ ਦਾ ਬੇੜਾ ਜਿਹੜਾ ਸੀ ਉਹ ਮਾਸਕੋ ਵਿੱਚ ਡੁੱਬ ਰਿਹਾ ਸੀ, ਅਤੇ ਉਹਨਾਂ ਨੇ ਆਪਣੀ ਸ਼ਰਧਾ ਦੇ ਨਾਲ ਉੱਥੇ ਜੋ ਅਰਦਾਸ ਕੀਤੀ, ਅਤੇ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦਾ ਜਿਹੜਾ ਬੇੜਾ ਸੀਗਾ ਉਹ ਬੰਨੇ ਲਾਇਆ, ਕਿ ਉਹਨਾਂ ਦੇ ਸ਼ਰਧਾ ਸਿਰਫ ਸ਼ਰਧਾ ਸੀ ਕਰਕੇ ਉਹਨਾਂ ਦਾ ਜਿਹੜਾ ਬੇੜਾ ਬਣੇ ਲੱਗਾ। ਇਸੇ ਤਰ੍ਹਾਂ ਕੋਈ ਵੀ ਜਿਹੜੀ ਸੁਖਣਾ ਸੁੱਖ ਦਾ ਗੁਰੂ ਸਾਹਿਬ ਦੇ ਅੱਗੇ ਉਹਨਾਂ ਦੀ ਜਿਹੜੀ ਸ਼ਰਧਾ ਉਹ ਪੂਰੀ ਹੁੰਦੀ ਆ। ਭਾਈ ਸਾਹਿਬ, ਤੁਸੀਂ ਸਿੱਖ ਨਾਲ ਗੱਲਬਾਤ ਕੀਤੀ, ਤੁਸੀਂ ਆਪਣੇ ਬਾਰੇ ਦੱਸਿਆ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਗੱਲ ਕਰੂੰਗਾ ਸਰਦਾਰ ਸਰਬੱਤ ਸਿੰਘ ਦੇ ਨਾਲ, ਜੋ ਇੱਥੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਪੱਤਰਕਾਰ ਹਨ, ਜੋ ਬੜੇ ਅਗਾਂਹ ਵਧੂ ਹਨ। ਸਭ ਤੋਂ ਪਹਿਲਾਂ ਮੈਂ ਭਾਈ ਸਾਹਿਬ ਨਾਲ ਫਤਿਹ ਬੁਲਾਉਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਤੁਸੀਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਇਸ ਕੈਂਪ ਦੇ ਬਾਰੇ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ? ਜਨ ਆਵਨ ਕਹੇ ਸੁਆਓ, ਜਨ ਕੀ ਸੰਗ ਚਿਤ ਆਵੇ ਨਾਓ। ਅੱਜ ਜੋ ਆਪਾਂ ਜਿਸ ਸਥਾਨ ਤੇ ਬੈਠੇ ਹਾਂ, ਇਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚਰਨ ਛੋਹ ਪ੍ਰਾਪਤ ਸਥਾਨ ਹੈ। ਗੁਰੂ ਸਾਹਿਬ ਜੀ ਚੌਥੀ ਜੰਗ ਤੋਂ ਪਹਿਲਾਂ ਭਾਦਰੋਂ ਦੇ ਮਹੀਨੇ ਦੇ ਵਿੱਚ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਨਿਵਾਸ ਕਰ ਰਹੇ ਸਨ। ਉੱਥੇ ਭਾਦਰੋਂ ਦੇ ਮਹੀਨੇ ਦੇ ਚਬਾਸੇ ਕੱਟਣ ਤੋਂ ਬਾਅਦ ਇਸ ਇਲਾਕੇ ਰਾਹੀਂ ਉਹ ਚਾਲੇ ਪਾ ਰਹੇ ਸਨ, ਤਾਂ 2 ਰਾਤਾਂ 1 ਦਿਨ ਇੱਥੇ ਸਥਾਨ ਤੇ ਆ ਕੇ ਟਿਕੇ ਹਨ। ਗੁਰੂ ਸਾਹਿਬ ਜੀ ਜਦੋਂ ਇਸ ਸਥਾਨ ਤੇ ਪਹੁੰਚੇ, ਸੰਗਤਾਂ ਨੇ ਆ ਕੇ, ਇਲਾਕੇ ਦੇ ਸੰਗਤਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਇਸ ਇਲਾਕੇ ਦੇ ਵਿੱਚ ਕੋਈ 2 ਮਸੰਦ ਹਨ, ਮਿਰਜ਼ਾ ਤੇ ਦਾਊਦ ਖਾਂ, ਉਹ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਹਨ। ਸੋ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਰੂ ਸਾਹਿਬ ਨੇ ਉਹਨਾਂ ਦੋਹਾਂ ਮਸੰਦਾਂ ਨੂੰ ਇੱਥੇ ਬੁਲਾਇਆ। ਉਹਨਾਂ ਦੋਹਾਂ ਮਸੰਦਾਂ ਨੇ ਆਪਣੀ ਗਲਤੀ ਦਾ ਅਹਿਸਾਸ ਕਰ ਲਿਆ ਅਤੇ ਦੁਬਾਰਾ ਅੱਗੇ ਤੋਂ ਲੋਕਾਂ ਨੂੰ ਤੰਗ ਕਰਨ ਤੋਂ ਤੌਬਾ ਕਰ ਦਿੱਤੀ। ਉਹਨਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਅੱਜ ਤੋਂ ਕੋਈ ਵੀ ਮਾੜਾ ਕਰਮ ਨਹੀਂ ਕਰਾਂਗੇ, ਪਰ ਸਾਡੀ ਕੋਈ ਯਾਦਾਸ਼ਤ ਜ਼ਰੂਰ ਰਹਿ ਜਾਵੇ। ਸੋ ਉਹਨਾਂ ਦੇ ਨਾਮ ਤੇ ਨੇੜੇ ਹੀ ਪਿੰਡ ਵਸ ਰਹੇ ਹਨ, ਮਿਰਜ਼ਾਪੁਰ ਤੇ ਦਾਊਦਪੁਰ। ਗੁਰੂ ਸਾਹਿਬ ਜੀ ਪਿੰਡ ਦੇ ਵਿਚਕਾਰ ਜੋ ਗੁਰਦੁਆਰਾ ਤੰਬੂ ਸਾਹਿਬ ਹੈ, ਉੱਥੇ ਉਹਨਾਂ ਨੇ ਨਿਵਾਸ ਕੀਤਾ ਸੀ। ਇਸ ਸਥਾਨ ਤੇ
ਦੋ ਜੋ ਖੂਹ ਸੀਗਾ, ਇਸ ਸਥਾਨ ਤੇ ਫੌਜਾਂ ਠਹਿਰੀਆਂ ਸਨ, ਘੋੜੇ ਆਦਿ ਬੱਧੇ ਹੋਏ ਸਨ। ਸੋ ਇਸ ਇੱਕ ਜੋ ਕਿੱਲਾ ਕੱਢ ਕੇ ਘੋੜਾ ਬੱਧਿਆ ਸੀ, ਉਹ ਟਾਹਲੀ ਇਸ ਸਥਾਨ ਤੇ ਸੰਸ਼ੋਭਿਤ ਹੈ। ਗੁਰੂ ਸਾਹਿਬ ਜੀ ਨੇ ਦਾਤਨ ਕਰਕੇ ਇੱਕ ਟਾਹਲੀ ਜੋ ਉਹਨਾਂ ਦੇ ਨਾਮ ਤੇ ਸੰਸ਼ੋਭਿਤ ਹਰੀ ਭਰੀ ਹੋਈ ਆਪ ਜੀ ਸਾਹਮਣੇ ਦਿਖਾਈ ਦੇ ਰਹੀ ਹੈ। ਸੋ ਗੁਰੂ ਸਾਹਿਬ ਜੀ ਇਸ ਸਥਾਨ ਤੋਂ ਚੱਲਦੇ ਹੋਏ ਅੱਗੇ ਕਰਤਾਰਪੁਰ ਸਾਹਿਬ ਪਹੁੰਚੇ। ਚੌਥੀ ਜੰਗ ਤੋਂ ਬਾਅਦ ਉਹਨਾਂ ਨੇ ਜੋ ਜੰਗ ਵਾਲਾ ਕਮਰ ਕੱਸਾ ਸੀ ਖੋਲ੍ਹ ਦਿੱਤਾ ਸੀ। ਉਸ ਤੋਂ ਬਾਅਦ ਅਗਲੇ ਫਗਵਾੜਾ ਔਰ ਅਗਲੇ ਸਥਾਨ ਨੂੰ ਰੋਪੜ ਵੱਲ ਚਾਲੇ ਪਾਏ ਉਹਨਾਂ ਨੇ। ਸੋ ਇਸ ਸਥਾਨ ਤੇ ਜੋ ਅੱਜ ਮੈਂ ਲੰਮੇ ਸਮੇਂ ਤੋਂ ਕਰੀਬ ਇੱਥੇ ਕੋਈ 18-19 ਸਾਲ ਖੁਦ ਵੀ ਸੇਵਾ ਕੀਤੀ ਹੈ, ਬਤੌਰ ਗ੍ਰੰਥੀ, ਬਤੌਰ ਸਟੋਰ ਕੀਪਰ। ਬੈਂਸ ਸਾਹਿਬ ਸਾਡੇ ਨਾਲ ਸੇਵਾ ਕਰਦੇ ਰਹੇ, ਭਾਈ ਸਾਹਿਬ ਹਰਿੰਦਰ ਸਿੰਘ ਜੀ। ਸੋ ਸੰਗਤਾਂ ਦਾ ਬੜਾ ਹੀ ਉਤਸ਼ਾਹ ਹੈ। ਜਿਵੇਂ ਬਾਬਾ ਮੱਸਾ ਸਿੰਘ ਜੀ ਨੇ ਗੁਰੂ ਸਾਹਿਬ ਦੇ ਥਾਪੜੇ ਨੂੰ ਲੈ ਕੇ ਇਸ ਸਥਾਨ ਦੀ ਸੇਵਾ ਕੀਤੀ, ਉਸੇ ਤਰ੍ਹਾਂ ਹੀ ਅੱਜ ਉਹਨਾਂ ਦੇ ਪਦ ਚਿੰਨ੍ਹਾਂ ਦੇ ਚੱਲਦੇ ਹੋਏ ਉਹਨਾਂ ਦੇ ਪੁੱਤਰ ਏਕਮ ਸਿੰਘ ਜੀ ਵੀ ਇਹ ਜੋ ਸੇਵਾ ਕਰ ਰਹੇ ਹਨ। ਕੈਂਸਰ ਦਾ ਜੋ ਅੱਜ ਕੈਂਪ ਲਗਾਇਆ ਹੋਇਆ ਹੈ ਕੈਂਸਰ ਕੇਅਰ ਚੈਰੀਟੇਬਲ ਲੰਡਨ ਵੱਲੋਂ, ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਅੱਜ ਦੇ ਸਮੇਂ ਵਿੱਚ, ਅਜੋਕੇ ਸਮੇਂ ਵਿੱਚ ਵਾਤਾਵਰਣ ਵਿੱਚ ਬਹੁਤ ਖਰਾਬੀ ਆ ਰਹੀ ਹੈ, ਪਾਣੀ ਸਾਡਾ ਦੂਸ਼ਿਤ ਹੋ ਰਿਹਾ ਹੈ, ਅਸੀਂ ਖੁਦ ਇਸ ਵਾਸਤੇ ਜ਼ਿੰਮੇਵਾਰ ਹਾਂ। ਸੋ ਭਾਈ ਸਾਹਿਬ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਸਮੇਂ ਦੀਆਂ ਸਰਕਾਰਾਂ ਦਾ ਦਾਅਵੇ ਕਰਦੀਆਂ ਹਨ ਕਿ ਅਸੀਂ ਕੈਂਸਰ ਦਾ ਇਲਾਜ ਕਰ ਰਹੇ ਹਨ। ਪੰਜਾਬ ਦੇ ਵਿੱਚ ਬਹੁਤ ਔਖਾ ਹੈ, ਕਿਸੇ ਕੈਂਸਰ ਦੇ ਮਰੀਜ਼ ਦੀਆਂ ਰਿਪੋਰਟਾਂ ਪਾਸ ਕਰਨੀਆਂ, ਉਹਨਾਂ ਨੂੰ ਫਾਈਲ ਤਿਆਰ ਕਰਨੀ ਬੜਾ ਔਖਾ ਹੈ, ਤਾਂ ਇਲਾਜ ਕਿਵੇਂ ਹੋਵੇਗਾ। ਸੋ ਬਹੁਤ ਹੀ ਵੱਡਾ ਉਪਰਾਲਾ ਹੈ ਇਹਨਾਂ ਦਾ। ਜੋ ਕੈਂਸਰ ਦੀ ਬਿਮਾਰੀ ਪਹਿਲਾਂ ਮਾਲਵੇ ਸੀ, ਅੱਜ ਦੁਆਬੇ ਤੇ ਮਾਝੇ ਵਿੱਚ ਹੀ ਪਨਪ ਰਹੀ ਹੈ। ਸੋ ਭਾਈ ਸਾਹਿਬ ਜੀ ਦਾ ਬਹੁਤ ਵੱਡਾ ਉਪਰਾਲਾ ਹੈ। ਆਉਣ ਵਾਲੇ ਸਮੇਂ ਤੋਂ ਵੀ ਅਸੀਂ ਇਹਨਾਂ ਤੋਂ ਇਹੀ ਆਸ ਕਰਦੇ ਹਾਂ ਕਿ ਉਹ ਸੰਗਤਾਂ ਨਾਲ ਜੁੜ ਕੇ ਬਾਬਾ ਮੱਸਾ ਸਿੰਘ ਦੇ ਪਦ ਚਿੰਨ੍ਹਾਂ ਦੇ ਚੱਲਦੇ ਸੇਵਾ ਕਰਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਰਬੱਤ ਸਿੰਘ ਜੀ, ਸਰਦਾਰ ਤਲੋਜ ਸਿੰਘ ਜੀ ਤੇ ਸਰਦਾਰ ਏਕਮ ਸਿੰਘ ਜੀ, ਮੈਂ ਤੇ ਸਰਦਾਰ ਹਰਿੰਦਰ ਸਿੰਘ ਜੀ ਜੋ ਇਸ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਦੀ ਸੇਵਾ ਨਿਭਾ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਜੋ ਇਹ ਗੁਰਦੁਆਰਾ ਸਾਹਿਬ ਅੰਡਰ ਹੈ, ਅਧੀਨ ਗੁਰਦੁਆਰਾ ਸਾਹਿਬ ਚੱਲ ਰਿਹਾ ਹੈ। ਤੇ ਸਰਦਾਰ ਏਕਮ ਸਿੰਘ ਜੀ ਦੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਮਹਾਰਾਜ, ਤੇ ਇਸੇ ਤਰ੍ਹਾਂ ਇਹ ਜਿਹੜੀ ਇੱਥੇ ਸੇਵਾ ਨਿਭਾਉਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਗੱਲ ਕਰੂੰਗਾ ਡਾਕਟਰ ਗੁਰਦੀਪ ਸਿੰਘ ਜੀ ਨਾਲ, ਜੋ ਇਸ ਗੁਰਦੁਆਰਾ ਸਾਹਿਬ ਦੇ ਬਾਰੇ ਤੇ ਕੈਂਪ ਦੇ ਬਾਰੇ ਸੰਗਤਾਂ ਨੂੰ ਜਾਣਕਾਰੀ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਹਨਾਂ ਦੀ ਫੈਮਿਲੀ ਦੇ ਵਿੱਚੋਂ ਰਿਸ਼ਤੇਦਾਰ ਹਾਂ। ਮੇਰੇ ਫੁੱਫੜ ਜੀ ਸੀ, ਛੋਟੇ ਹੁੰਦਿਆਂ ਤੋਂ ਜਾਣਦੇ ਹਾਂ। ਪਹਿਲੀ ਗੱਲ ਹੈ, ਇਹ ਪਰਿਵਾਰ ਦੇ ਉੱਤੇ ਪਰਮਾਤਮਾ ਦੀ ਮਿਹਰ ਸੀ। ਔਰ ਜਿਹੜੇ ਇਹਨਾਂ ਦੇ ਬੇਟੇ ਏਕਮ ਸਿੰਘ ਆ, ਇਹ ਉਹਨਾਂ ਨੇ ਗੁਰਦੁਆਰੇ ਚੜ੍ਹਾ ਕੇ ਮੁੱਲ ਪੈਸੇ ਦੇ ਕੇ ਵਾਪਸ ਲਏ ਸੀ। ਮੁੜ ਤੋਂ ਹੀ ਇੱਦਾਂ ਦੀ ਪਰੰਪਰਾ ਚੱਲਦੀ ਰਹੀ। ਅੱਛਾ, ਕੋਈ ਤਕਰੀਬਨ ਮੇਰੀ 70 ਸਾਲ ਦੀ ਉਮਰ ਆ। ਮੈਂ ਛੋਟੇ ਹੁੰਦੇ ਆਉਂਦੇ ਰਹੇ। ਇਹ ਤਾਂ ਚਲੋ ਕਾਫੀ ਦੇਰ ਇੰਗਲੈਂਡ 'ਚ ਰਹੇ ਆ, ਆਉਂਦੇ ਜਾਂਦੇ ਮਿਲਦੇ ਹੁੰਦੇ ਸੀਗੇ। ਅਤੇ ਜਦੋਂ ਪਹਿਲਾਂ ਛੋਟੇ ਹੁੰਦੇ ਸੀ, ਉਦੋਂ ਅਜੇ ਮੈਂ ਪੜ੍ਹਨ ਵੀ ਨਹੀਂ ਸੀ ਲੱਗਾ, ਕਿਤੇ ਇੱਥੇ ਆਇਆ ਅਤੇ ਤੜਕੇ ਕੋਈ 3-4 ਵਜੇ ਉੱਠ ਕੇ ਅਤੇ ਇੱਥੇ ਆ ਜਾਂਦੇ। ਇਹ ਜਿਹੜਾ ਸਥਾਨ ਆ ਇੱਥੇ ਟਾਹਲੀ ਸਾਹਿਬ, ਇੱਥੇ ਆਲੇ ਦੁਆਲੇ ਰੂੜੀਆਂ ਸੀ। ਇੱਥੇ ਆ ਕੇ ਰੂੜੀਆਂ ਦੇ ਉੱਤੇ ਵੀ ਆ ਕੇ ਨਾ ਝਾੜੂ ਮਾਰਿਆ ਕਰਦੇ ਸੀ, ਸੇਵਾ ਕਰਦੇ। ਔਰ ਉਹ ਪਰਮਾਤਮਾ ਨੇ ਇਹੋ ਜਿਹਾ ਲੜ ਫੜਿਆ, ਉਹ ਫਿਰ ਇੱਥੇ ਹੀ ਰਹਿ ਗਿਆ। ਇਹਨਾਂ 'ਚੋਂ ਕਾਫੀ ਗੱਲਾਂ ਤੇ ਇਹ ਦੱਸ ਗਏ। ਜੇ ਹੁਣ ਜਿਸ ਤਰ੍ਹਾਂ ਕਦੀ ਅਸੀਂ ਆਉਂਦੇ ਸੀ ਤੇ ਚਲੋ ਉਹਨਾਂ ਨੇ ਬੜੀ ਖੁਸ਼ੀ 'ਚ ਚਾਹ ਪਾਣੀ ਦਾ ਇੰਤਜ਼ਾਮ ਕਰਨਾ, ਪਰ ਆਪ ਉਹ ਗੁਰਦੁਆਰੇ ਦਾ ਪ੍ਰਸ਼ਾਦ ਵੀ ਨਹੀਂ ਸੀ ਖਾਂਦੇ। ਬਾਹਰੋਂ ਰੋਟੀ ਆਉਂਦੀ ਸੀ, ਇਹ ਟਾਹਲੀ ਸਾਹਿਬ ਨਾਲ ਬੰਨ ਤੇ ਇੱਥੋਂ ਉਹ ਸੁੱਕੀ ਰੋਟੀ ਖਾਂਦੇ ਸੀ। ਅੱਛਾ, ਇਸ ਤਰ੍ਹਾਂ ਹੀ ਜਿਹੜਾ ਇਹਨਾਂ ਗੱਲ ਦੱਸੀ ਆ ਕਿ ਹੋ ਬਜ਼ੁਰਗ ਗਏ ਸੀ, ਕਾਲੀ ਤੋੜਦੇ ਇਹ ਤਾਂ ਠੇਡਾ ਵੱਜਾ ਤੇ ਦੇ ਪਏ। ਇਹਨਾਂ ਦੇ ਨਾਲ ਇੱਕ ਪਟਵਾਰੀ ਸਾਹਿਬ ਹੁੰਦੇ ਸੀ, ਜਿਹੜਾ ਅਕਾਊਂਟ ਦਾ ਹਿਸਾਬ ਰੱਖਦੇ ਸੀਗੇ, ਅਤੇ ਉਹ ਤੁਰੇ ਜਾਂਦੇ ਕਹਿੰਦੇ ਬਈ ਪਿਤਾ ਜੀ ਨੂੰ, ਗੁਰੂ ਸਾਹਿਬ ਜੀ ਨੂੰ ਅਸਰਾ ਕੇ ਪਿਤਾ ਜੀ ਕਹਿੰਦੇ। ਉਹ ਪਿਤਾ ਜੀ ਬੁੱਢੇ ਹੋ ਗਏ ਆ, ਤੁਰਿਆ ਨਹੀਂ ਜਾਂਦਾ, ਕੋਈ ਗੱਡੀ ਗੁੱਡੀ ਦਾ ਇੰਤਜ਼ਾਮ ਕਰ ਦਿਓ। ਰਾਤ ਸੁੱਤੇ ਪਏ ਸੀ, ਕੋਈ ਇੱਥੇ ਆ ਕੇ ਪੈਸੇ ਦੇ ਗਿਆ। ਉਹ ਬਾਬਾ ਜੀ ਨੇ ਗੱਡੀ ਕੀ ਲੈਣੀ, ਗੁਰਦੁਆਰੇ ਦੇ ਲਾਤੇ। ਸੋ ਇਸ ਤਰ੍ਹਾਂ ਉਹਨਾਂ ਦੇ ਆਪਣੇ ਜਿੱਦਾਂ ਆਪਣੇ ਹਿਸਾਬ ਨਾਲ ਕੁਛ ਵੀ ਇੱਥੋਂ ਨਹੀਂ ਲੈਣ ਦੀ ਕੋਸ਼ਿਸ਼ ਕੀਤੀ, ਸੇਵਾ ਹੀ ਕੀਤੀ, ਵਾਹਿਗੁਰੂ ਕਰਦੇ ਗਏ। ਔਰ ਉਹਨਾਂ ਨੇ ਜਿਹੜਾ ਕੋਈ ਵਚਨ ਕਿਹਾ ਲੋਕਾਂ ਦਾ, ਉਹ ਪੂਰਾ ਵੀ ਹੋਇਆ। ਮਾਨਤਾ ਵੀ ਆ, ਪਰਮਾਤਮਾ ਦੀ ਮਿਹਰ ਆ। ਸਿਰਫ ਉਹ ਸੇਵਾਦਾਰ ਹੋਣ ਕਰਕੇ ਤੇ ਆਲਾ ਦੁਆਲਾ ਜਿਹੜਾ ਸੀਗਾ ਪਿੰਡਾਂ ਦਾ ਜਨਤਾ ਆਪਣੀ ਜਿਹੜੀ ਹੈਗੀ ਆ
ਸੰਗਤ ਉਹ ਆਉਣੀ ਸ਼ੁਰੂ ਹੋ ਗਈ, ਮਾਨਤਾ ਲੋਕਾਂ ਦੀਆਂ ਪੂਰਾ ਹੋਣ ਲੱਗ ਗਈਆਂ। ਸੋ ਇਸ ਤਰ੍ਹਾਂ ਉਹ ਪਰਮਾਤਮਾ ਦੀ ਬਹੁਤ ਕਿਰਪਾ ਸੀ ਇਹ ਪਰਿਵਾਰ ਦੇ ਉੱਤੇ। ਇਹ ਵੀ ਹੁਣ ਆਪਣਾ ਤਕਰੀਬਨ ਨਿਭਾਉਂਦੇ ਰਹੇ ਆ ਤੇ ਆ ਕੈਂਪ ਵੀ ਲਗਾਇਆ ਵਾ। ਇਹ ਜਿਹੜੀ ਇਹ ਕੈਂਸਰ ਦੀ ਬਿਮਾਰੀ ਆ, ਮੈਂ ਐਗਰੀਕਲਚਰ ਯੂਨੀਵਰਸਿਟੀ ਤੋਂ ਆ ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਇੱਥੋਂ ਨਿਕਲ ਕੇ ਹੀ ਆਉਂਦੀਆਂ ਵਾਂ ਕਿ ਜਿਹੜੀ ਦਵਾਈਆਂ ਦੀ ਵਰਤੋਂ ਕੁਝ ਜ਼ਿਆਦਾ ਹੋਣ ਲੱਗੀ ਹੈ, ਬਹੁਤ ਜ਼ਿਆਦਾ ਹੁੰਦੀ ਆ। ਔਰ ਇੱਕ ਕਾਰਨ ਇਹ ਹੀ ਆ ਵੱਡਾ ਕਿ ਕੈਂਸਰ ਦਾ ਇਹ ਸਟੱਡੀ ਵੀ ਕਰ ਰਹੇ ਆ, ਉਹ ਸਰਵੇ ਵੀ ਹੋ ਰਿਹਾ, ਬੜਾ ਕੁਝ ਹੋ ਰਿਹਾ ਵਾ ਔਰ ਬਹੁਤ ਜ਼ਿਆਦਾ ਆ। ਮੈਂ ਤਾਂ ਆਪਣੀ ਫੈਮਿਲੀ 'ਚੋਂ ਦੱਸਦਾ ਵਾਂ ਵੀ ਮੇਰੀ ਭਰਜਾਈਆਂ ਜਿਹੜੀਆਂ ਮੇਰੀ ਘਰਵਾਲੀ ਦੀ ਭਰਜਾਈਆਂ ਤੇ ਮੇਰੀ ਆਪਣੀਆਂ ਭਰਜਾਈਆਂ 7 ਸੀ, ਉਹਨਾਂ ਵਿੱਚੋਂ 4 ਦੀ ਮੌਤ ਜਿਹੜੀ ਆ ਉਹ ਕੈਂਸਰ ਨਾਲ ਹੋਈ ਆ। ਤੁਸੀਂ ਅੰਦਾਜ਼ਾ ਲਗਾ ਲਓ ਵੀ ਕਿੰਨੀ ਆ। ਹਾਲਾਂਕਿ ਕੁਝ ਪਿੰਡ ਵਿੱਚ ਰਹਿੰਦੀਆਂ, ਕੁਝ ਸ਼ਹਿਰ 'ਚ ਰਹਿੰਦੀਆਂ ਸੀ, ਖਾਣਾ ਪੀਣਾ ਵੀ ਠੀਕ ਸੀਗਾ। ਇਹ ਜਿਹੜੀ ਬਿਮਾਰੀ ਆ ਬਹੁਤ ਜੜ ਕਰ ਗਈ ਆ ਔਰ ਇਹਨੂੰ ਵਾਕਈ ਫੜਨ ਦੀ ਲੋੜ ਆ ਤੇ ਇਹਨਾਂ ਦਾ ਬਹੁਤ ਚੰਗਾ ਉਪਰਾਲਾ ਜਿਹੜਾ ਇਹ ਕਰ ਰਹੇ ਆ। ਵਾਹਿਗੁਰੂ ਇਹਨਾਂ ਨੂੰ ਹਿੰਮਤ ਦੇਵੇ, ਤੰਦਰੁਸਤੀ ਬਖਸ਼ੇ, ਬਲ ਦੇਵੇ। ਡਾਕਟਰ ਗੁਰਦੀਪ ਸਿੰਘ ਜੀ, ਤੁਸੀਂ ਬਾਬਾ ਜੀ ਦੇ ਬਾਰੇ ਦੱਸਿਆ ਤੇ ਕੈਂਸਰ ਦੀ ਬਿਮਾਰੀ ਬਾਰੇ ਦੱਸਿਆ, ਸੰਗਤਾਂ ਨੂੰ ਦੱਸਿਆ। ਤੁਹਾਡਾ ਸਿੱਖ ਚੈਨਲ ਦੇ ਨਾਲ ਗੱਲਬਾਤ ਕਰਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਏਕਮ ਸਿੰਘ ਜੀ ਬਾਬਾ ਮੱਸਾ ਸਿੰਘ ਦੇ ਬੇਟੇ ਅਤੇ ਸਰਬੱਤ ਸਿੰਘ, ਤਰਲੋਚਨ ਸਿੰਘ ਉਹਨਾਂ ਨੇ ਜੋ ਵੀ ਜਾਣਕਾਰੀ ਬਾਬਾ ਮੱਸਾ ਸਿੰਘ ਜੀ ਬਾਰੇ ਦਿੱਤੀ ਹੈ, ਬਹੁਤ ਹੀ ਵਧੀਆ ਸ਼ਲਾਘਾਯੋਗ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਇਹ ਗੁਰਦੁਆਰਾ ਸਾਹਿਬ ਚੱਲ ਰਿਹਾ ਹੈ। ਆਪ ਸਾਰੀਆਂ ਸੰਗਤਾਂ ਦਾ ਬਾਬਾ ਮੱਸਾ ਸਿੰਘ ਜੀ ਦੀ ਬਰਸੀ ਤੇ ਪਹੁੰਚਣ ਤੇ ਸਭ ਨੂੰ ਜੀ ਆਇਆਂ। ਸਿੱਖ ਚੈਨਲ ਦਾ ਜੀ ਆਇਆਂ ਕਿ ਜਿਨ੍ਹਾਂ ਨੇ ਸਾਰਿਆਂ ਦਾ ਇਹ ਪ੍ਰੋਗਰਾਮ ਉਲੀਕ ਕੇ ਇਸ ਪ੍ਰੋਗਰਾਮ ਨੂੰ ਪੂਰੇ ਵਰਲਡ ਵਿੱਚ ਭੇਜ ਰਹੇ ਹੋ। ਸਭ ਨੂੰ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਿਤਪਾਲ ਸਿੰਘ, ਬਾਬਾ ਮੱਸਾ ਸਿੰਘ ਜੀ ਦਾ ਦੋਤਰਾ। ਮੈਨੂੰ ਉਹਨਾਂ ਦੀ ਚਰਨਾਂ ਦੀ ਧੂੜ ਪ੍ਰਾਪਤ ਕਰਨ ਦਾ ਬਹੁਤ ਸਮਾਂ ਮਿਲਿਆ। ਤਕਰੀਬਨ ਹਰ ਸਾਲ ਮੈਂ ਉਹਨਾਂ ਦੇ ਆ ਕੇ ਕੋਲ ਰਹਿੰਦਾ ਰਿਹਾ ਔਰ ਉਹਨਾਂ ਨੂੰ ਬੜੇ ਨਜ਼ਦੀਕੀ ਤੋਂ ਦੇਖਿਆ। ਮੈਂ ਬਹੁਤ ਉਹਨਾਂ ਦੇ ਮਨ ਵਿੱਚ ਗੁਰੂ ਘਰ ਦੀ ਸੇਵਾ ਕਰਨ ਦਾ ਚਾਅ ਰਹਿੰਦਾ ਸੀ ਹਮੇਸ਼ਾ। ਔਰ ਤਕਰੀਬਨ ਜਿਸ ਵੇਲੇ ਮੈਂ 5-6 ਸਾਲ ਤੋਂ ਲੈ ਕੇ 15 ਸਾਲ ਤੱਕ ਹਰ ਸਾਲ ਆਉਂਦਾ ਸੀ, ਉਹ ਬਿਲਕੁਲ ਰਾਤ ਨੂੰ 2-3 ਵਜੇ ਉੱਠ ਕੇ ਗੁਰੂ ਘਰ ਸੇਵਾ ਕਰਨ ਜਾਂਦੇ ਸੀਗੇ। ਉਸ ਤੋਂ ਬਾਅਦ ਜਿਸਲੇ ਉਹ ਇਸ ਗੁਰੂ ਘਰ ਦੀ ਸੇਵਾ ਸ਼ੁਰੂ ਹੋਈ ਹੈ ਬੌਲੀ ਸਾਹਿਬ ਦੀ, ਉਸ ਵੇਲੇ ਵੀ ਤਕਰੀਬਨ ਹਰ ਸਾਲ 2-3 ਵਾਰ ਮੈਂ ਉਹਨਾਂ ਨੂੰ ਮਿਲਣ ਆਉਂਦਾ ਸੀਗਾ। ਉਹਨਾਂ ਦੇ ਮਨ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਗੁਰਦੁਆਰਾ ਸਾਹਿਬ ਨੂੰ ਬਣਾਉਣ ਦਾ ਇੰਨਾ ਚਾਅ ਹੁੰਦਾ ਸੀਗਾ ਵੀ ਉਹਨਾਂ ਨੇ ਕਦੀ ਆਪਣੇ ਪਹਿਰਾਵੇ ਬਾਰੇ, ਆਪਣੇ ਪੈਰਾਂ 'ਚ ਜੁੱਤੀ ਬਾਰੇ ਵੀ ਨਹੀਂ ਸੋਚਿਆ ਸੀ। ਔਰ ਜੋ ਸੰਗਤਾਂ ਪੈਸੇ ਚੜਾਵਾ ਦਿੰਦੀਆਂ ਸੀਗੀਆਂ, ਉਸ ਨੂੰ ਉਹ ਬਿਨਾਂ ਹੱਥ ਲਗਾਇਆ ਆਪਣੇ ਨਾਲ ਜੋ ਸਰਦਾਰ ਦਰਬਾਰਾ ਸਿੰਘ ਉਹਨਾਂ ਦੇ ਸਾਥੀ ਸੀਗੇ ਉਹਨਾਂ ਨੂੰ ਦੇ ਦਿੰਦੇ ਸੀਗੇ। ਔਰ ਕਦੀ ਵੀ ਇਸ ਗੁਰਦੁਆਰਾ ਸਾਹਿਬ ਦੀ ਕੰਸਟਰਕਸ਼ਨ ਦੇ ਵਿੱਚ ਪੈਸੇ ਦੀ ਕਮੀ ਨਹੀਂ ਆਈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਮੇਸ਼ਾ ਉਹਨਾਂ ਦਾ ਸਾਥ ਦਿੱਤਾ। ਮੈਨੂੰ ਯਾਦ ਹੈ ਜਿਸ ਵੇਲੇ ਇੱਥੇ 2 ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਸੀਗੀ ਤੇ ਉਸ ਦਿਨ ਅਸੀਂ ਵੀ ਹਾਜ਼ਰ ਸੀਗੇ ਤੇ ਇੰਨੇ ਚਾਅ ਨਾਲ 2 ਨਿਸ਼ਾਨ ਸਾਹਿਬ ਇੱਥੇ ਬਾਬਾ ਮੱਸਾ ਸਿੰਘ ਜੀ ਨੇ ਉਹਨਾਂ ਦੀ ਸੇਵਾ ਕਰਵਾਈ ਸੀਗੀ। ਸੰਗਤਾਂ ਦੇ ਬਹੁਤ ਸੰਗਤਾਂ ਇਕੱਠੀਆਂ ਹੋਈਆਂ ਸਨ ਔਰ ਉਹਨਾਂ ਦੀ ਜਿਹੜੀ ਚਾਲ ਸੀਗੀ ਤੁਰਨ ਦੀ, ਇਸ 60-70 ਸਾਲ ਦੀ ਉਮਰ ਵਿੱਚ ਵੀ ਉਹ 20 ਸਾਲ ਦੇ ਜਵਾਨਾਂ ਨਾਲੋਂ ਵੀ ਤੇਜ਼ ਹੁੰਦੀ ਸੀਗੀ। ਔਰ ਗੁਰੂ ਘਰ ਦੇ ਵਿੱਚ ਇਸ ਸੇਵਾ ਕਰਦਿਆਂ ਉਹਨਾਂ ਨੇ ਸਾਰਾ ਜੀਵਨ ਆਪਣਾ ਸਮਰਪਿਤ ਕੀਤਾ ਤੇ ਮੈਂ ਉਹਨਾਂ ਦੇ ਦੋਹਤਰਾ ਹੋਣ ਕਰਕੇ ਅਸੀਂ ਹਮੇਸ਼ਾ ਉਹਨਾਂ ਤੋਂ ਆਸ਼ੀਰਵਾਦ ਲਏ। ਸਾਨੂੰ ਉਹਨਾਂ ਨੇ ਬਹੁਤ ਆਸ਼ੀਰਵਾਦ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ। ਔਰ ਮੈਂ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਸਿੱਖ ਚੈਨਲ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇੱਥੇ ਆ ਕੇ ਬਾਬਾ ਮੱਸਾ ਸਿੰਘ ਜੀ ਦੀ ਬਰਸੀ ਨੂੰ ਕਵਰ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਨਡਾਲਾ ਵਿਖੇ ਵਰਲਡ ਕੈਂਸਰ ਕੇਅਰ ਕੈਂਪ ਲੱਗਾ, ਉਸ ਦੇ ਬਾਰੇ ਮੈਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗਾ ਜੋ ਇਸ ਟੀਮ ਦੇ ਇੰਚਾਰਜ ਹਨ। ਡਾਕਟਰ ਸਾਹਿਬ, ਜੋ ਅੱਜ ਤੁਸੀਂ ਸਵੇਰ ਦੇ ਇੱਥੇ ਮਰੀਜ਼ਾਂ ਦਾ ਚੈੱਕਅਪ ਕਰ ਰਹੇ ਆ ਤੇ ਕਿੰਨੇ ਮਰੀਜ਼ ਜਿਹੜੇ ਇੱਥੇ ਤੁਹਾਡੇ ਕੋਲ ਆ ਚੁੱਕੇ ਆ? ਦੇਖੋ ਜੀ, ਸਵੇਰ ਦੇ 200+ ਪੇਸ਼ੈਂਟਸ ਦੇਖ ਚੁੱਕੇ ਹਾਂ ਅਸੀਂ ਤੇ ਜਿਨ੍ਹਾਂ ਵਿੱਚ ਹਰ ਤਰ੍ਹਾਂ ਦੇ ਪੇਸ਼ੈਂਟ ਸੀਗੇ ਤੇ ਉਹਨਾਂ ਦੇ ਕੈਂਸਰ ਦੇ ਟੈਸਟ ਹੋਏ ਆ ਵੱਖਰੇ, ਜਿਵੇਂ ਫੀਮੇਲਸ ਦਾ ਮੈਮੋਗ੍ਰਾਫੀ ਟੈਸਟ ਹੋਇਆ,
ਮੇਲਸ ਦਾ ਪ੍ਰੋਸਟੇਟ ਦਾ PSA ਟੈਸਟ ਹੋਇਆ ਹੈ, CBC ਟੈਸਟ ਹੋਏ ਨੇ, ਪੈਪਸਮੀਅਰ ਟੈਸਟ ਹੋਏ ਨੇ, ਹੋਰ ਕਈ ਤਰ੍ਹਾਂ ਦੇ ਟੈਸਟ ਹੋਏ ਨੇ। ਬਾਕੀ ਜਿਨ੍ਹਾਂ ਨੂੰ ਕੈਂਸਰ ਤੋਂ ਇਲਾਵਾ ਹੋਰ ਪ੍ਰੋਬਲਮ ਸੀਗੀਆਂ ਉਹਨਾਂ ਨੂੰ ਮੈਡੀਸਿਨਸ ਆਪਾਂ ਦਿੱਤੀਆਂ ਹੈਗੀਆਂ। ਡਾਕਟਰ ਸਾਹਿਬ ਜਿਹੜੇ ਮਰੀਜ਼ ਤੁਸੀਂ ਚੈੱਕਅਪ ਕੀਤਾ ਉਹਨਾਂ ਦਾ ਕੀ ਨੁਕਸ ਨਿਕਲਿਆ ਉਹਨਾਂ 'ਚ? ਦੇਖੋ ਜੀ, ਅਲੱਗ-ਅਲੱਗ ਮੈਂ ਜਿਵੇਂ ਦੱਸਿਆ ਅਲੱਗ-ਅਲੱਗ ਤਰ੍ਹਾਂ ਦੇ ਪੇਸ਼ੈਂਟ ਸੀਗੇ ਜਿਨ੍ਹਾਂ 'ਤੇ ਵੀ ਸਾਨੂੰ ਲੱਗਦਾ ਸੀਗਾ ਕੋਈ ਸ਼ੱਕ ਕੈਂਸਰ ਦਾ, ਯਾਨੀ ਕਿ ਜਿੱਦਾਂ ਜਿਵੇਂ ਸਾਡੇ ਕੋਲ ਫੀਮੇਲ ਡਾਕਟਰਸ ਅਲੱਗ ਨੇ, ਮੇਲ ਡਾਕਟਰ ਅਲੱਗ ਨੇ, ਅਤੇ ਫੀਮੇਲ ਪੇਸ਼ੈਂਟਸ ਮੰਨ ਲਓ ਕਿਸੇ ਨੂੰ ਬ੍ਰੈਸਟ ਕੈਂਸਰ ਦਾ ਕੋਈ ਸ਼ੱਕ ਲੱਗਦਾ ਸੀਗਾ ਡਾਕਟਰ ਨੂੰ ਤਾਂ ਉਹਨਾਂ ਨੇ ਉਹਨਾਂ ਦਾ ਮੈਮੋਗ੍ਰਾਫੀ ਟੈਸਟ ਕਰਵਾਇਆ। ਸਾਨੂੰ ਜਿਵੇਂ ਪ੍ਰੋਸਟੇਟ ਕੈਂਸਰ ਦਾ ਕਿਸੇ ਦਾ ਸ਼ੱਕ ਲੱਗਦਾ ਸੀਗਾ ਤਾਂ ਅਸੀਂ ਉਹਦਾ ਪ੍ਰੋਸਟੇਟ ਦਾ ਟੈਸਟ ਕਰਵਾਇਆ। ਪਲੱਸ ਹੋਰ ਵੀ ਕੋਈ ਜਿਵੇਂ ਕਿਸੇ ਦੇ ਕੋਈ ਗਿਲਟੀ ਸੀਗੀ ਅਸੀਂ ਉਹਨਾਂ ਨੂੰ ਹੋਰ ਟੈਸਟ ਤੇ ਆਪਣੇ ਸਪੈਸ਼ਲਿਸਟ ਨੂੰ ਵਿਜ਼ਿਟ ਕਰਨ ਲਈ ਐਡਵਾਈਜ਼ ਕੀਤਾ, ਪਲੱਸ ਹੋਰ ਟੈਸਟ ਐਡਵਾਈਜ਼ ਕੀਤੇ ਆ। ਬਾਕੀ ਨਾਰਮਲ ਪੇਸ਼ੈਂਟਸ ਜਿਹੜੇ ਜਨਰਲ ਪੇਸ਼ੈਂਟਸ ਵੀ ਸੀਗੇ ਕਈ ਤਰ੍ਹਾਂ ਦੇ, ਅਤੇ ਉਹਨਾਂ ਨੂੰ ਅਸੀਂ ਮੈਡੀਸਿਨਸ ਇੱਥੇ ਦਿੱਤੀਆਂ ਹੈਗੀਆਂ ਅਤੇ ਪ੍ਰੋਪਰ ਉਹਨਾਂ ਦਾ ਚੈੱਕਅਪ ਕੀਤਾ। ਡਾਕਟਰ ਸਾਹਿਬ ਜਿਹੜੇ ਮਰੀਜ਼ ਆਏ ਤੁਹਾਡੇ ਕੋਲ ਉਹ ਜ਼ਿਆਦਾ ਲੇਡੀਜ਼ ਆਈਆਂ ਕਿ ਜਾਂ ਮਰਦ ਆਏ? ਦੇਖੋ ਦੋਨੋਂ ਬਰਾਬਰ ਹੀ ਸੀਗੇ ਜੀ, ਫੀਮੇਲ ਪੇਸ਼ੈਂਟਸ ਅਲੱਗ ਸੀਗੇ ਐਂਡ ਮੇਲ ਪੇਸ਼ੈਂਟਸ ਅਲੱਗ। ਮੈਂ ਦੇਖੇ ਹੈਗੇ ਫੀਮੇਲ ਪੇਸ਼ੈਂਟਸ ਡਾਕਟਰ ਗੁਲਸ਼ਨ ਅਤੇ ਡਾਕਟਰ ਈਸ਼ਾ ਨੇ ਦੇਖੇ ਆ। ਸਾਡੇ ਕੋਲ ਡੈਂਟਲ ਡਾਕਟਰ ਅਲੱਗ ਨੇ, ਉਹਨਾਂ ਨੇ ਜਿਹੜੇ ਡੈਂਟਲ ਪ੍ਰੋਬਲਮਸ ਜਿਨ੍ਹਾਂ ਪੇਸ਼ੈਂਟਸ ਨੂੰ ਸੀਗੀਆਂ ਉਹਨਾਂ ਨੂੰ ਚੈੱਕ ਕੀਤਾ ਹੈਗਾ। ਅਰਾਊਂਡ ਇਕੁਅਲ ਹੀ ਸੀਗੇ, ਮੇਲ ਅਤੇ ਫੀਮੇਲ ਦੋਨੋਂ ਬਰਾਬਰ ਹੀ ਸੀਗੇ। ਡਾਕਟਰ ਸਾਹਿਬ ਆਪਾਂ ਅੱਗੇ ਵੀ ਗੱਲ ਕਰ ਚੁੱਕੇ ਹਾਂ, ਕਈ ਜਿਹੜੇ ਮਰੀਜ਼ ਆ ਉਹ ਜਿੱਦਾਂ ਇੱਥੇ ਫ੍ਰੀ ਚੈੱਕਅਪ ਹੋ ਰਿਹਾ ਅਤੇ ਕਈ ਜਿਹੜੇ ਮਰੀਜ਼ ਆ ਬਿਲਕੁਲ ਉਹ ਡਰਦੇ ਆ ਵੀ ਕਿ ਸਾਨੂੰ ਕੋਈ ਨੁਕਸਾਨ ਨਿਕਲਿਆ ਹੋਵੇ। ਤੁਸੀਂ ਜਿਹੜੀਆਂ ਸਿੱਖ ਸੰਗਤਾਂ ਦੇਖ ਰਹੀਆਂ ਕੋਈ ਵੀ ਪੂਰੀ ਦੁਨੀਆ 'ਚ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ, ਕੀ ਮੈਸੇਜ ਦੇਣਾ ਚਾਹੁੰਦੇ ਵੀ ਕਿ ਉਹ ਬਿਲਕੁਲ ਨਾ ਡਰਨ? ਦੇਖੋ ਮੈਂ ਇਹ ਗੱਲ ਦੇਖੀ ਹੈਗੀ ਹੈ ਕਿ ਕਈ ਜਿੱਥੇ ਵੀ ਅਸੀਂ ਕੈਂਪ ਲਾਉਂਦੇ ਹੈਗੇ ਹਾਂ ਪਿੰਡਾਂ ਦੇ ਵਿੱਚ, ਭਾਵੇਂ ਅਸੀਂ ਸ਼ਹਿਰਾਂ ਦੇ ਵਿੱਚ ਵੀ ਲਗਾਉਂਦੇ ਹਾਂ, ਉੱਥੇ ਲੋਕਾਂ ਦੇ ਮਨ 'ਚ ਇੱਕ ਡਰ ਹੁੰਦਾ ਹੈ ਕਿਉਂਕਿ ਇਹ ਬਿਮਾਰੀ ਦੇ ਨਾਮ ਤੋਂ ਲੋਕ ਇੰਨਾ ਜ਼ਿਆਦਾ ਡਰ ਚੁੱਕੇ ਨੇ। ਉਹ ਸੋਚਦੇ ਨੇ ਕਿ ਕੈਂਸਰ ਜਿਹੜਾ ਹੈਗਾ ਉਹਦਾ ਕੋਈ ਇਲਾਜ ਹੋ ਹੀ ਨਹੀਂ ਸਕਦਾ, ਇੱਕ ਵਾਰ ਬੰਦੇ ਨੂੰ ਕੈਂਸਰ ਨਿਕਲਿਆ ਹੋਵੇ ਤਾਂ ਉਹ ਠੀਕ ਨਹੀਂ ਹੋ ਸਕਦਾ। ਮੈਂ ਇਹੀ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਕੈਂਸਰ ਦਾ ਇਲਾਜ ਵੀ ਬਾਕੀ ਬਿਮਾਰੀਆਂ ਦੀ ਤਰ੍ਹਾਂ ਹੀ 100% ਹੋ ਸਕਦਾ ਹੈ, ਬਟ ਜਿੰਨੀ ਜਲਦੀ ਇਹਦਾ ਪਤਾ ਲੱਗ ਜਾਏਗਾ ਇਹਦਾ ਇਲਾਜ ਓਨਾ ਹੀ ਸੌਖਾ ਹੋ ਜਾਂਦਾ ਹੈ। ਜਿਵੇਂ ਤੁਹਾਨੂੰ ਮੈਂ ਇੱਕ ਲੇਮੈਨ ਦੀ ਲੈਂਗੁਏਜ ਸਮਝਾਵਾਂ ਤਾਂ ਇਹਦੀ ਸਟੇਜ 1 ਜਿਹੜੀ ਹੁੰਦੀ ਆ ਉਹਦੇ ਵਿੱਚ ਜੇ ਤੁਸੀਂ ਕਿਸੇ ਦਾ ਕੈਂਸਰ ਫੜਿਆ ਜਾਂਦਾ ਤਾਂ ਉਹਦਾ ਇਲਾਜ ਓਨਾ ਹੀ ਸੌਖਾ ਹੋ ਜਾਂਦਾ। ਜਿੱਦਾਂ ਸਟੇਜ ਅੱਗੇ ਵੱਧਦੀ ਜਾਂਦੀ ਹੈ ਉਹਦਾ ਜਿੱਦਾਂ ਕੈਂਸਰ ਬਾਕੀ ਸਰੀਰ ਦੇ ਵਿੱਚ ਫੈਲਦਾ ਜਾਂਦਾ ਉਹਦਾ ਇਲਾਜ ਔਖਾ ਹੋ ਜਾਂਦਾ। ਇਸ ਲਈ ਜਿੰਨੀ ਜਲਦੀ ਤੁਹਾਡੀ ਜਾਂਚ ਹੋਏਗੀ, ਅਸੀਂ ਇਸ ਲਈ ਤਾਂ ਸਾਡੀ ਟੀਮ ਪਿੰਡਾਂ ਦੇ ਵਿੱਚ ਜਾ ਕੇ ਕੈਂਪਸ ਲਗਾ ਰਹੀ ਹੈ ਕਿ ਜਿੰਨੀ ਜ਼ਿਆਦਾ ਪੇਸ਼ੈਂਟਸ ਦੀ ਜਾਂਚ ਹੋ ਸਕਦੀ ਹੈ, ਜਿੰਨੇ ਜ਼ਿਆਦਾ ਪੇਸ਼ੈਂਟਸ ਦਾ ਮਤਲਬ ਕੈਂਸਰ ਜਿੰਨਾ ਜ਼ਿਆਦਾ ਜਲਦੀ ਪਕੜ 'ਚ ਆ ਸਕਦਾ ਪੇਸ਼ੈਂਟ ਦਾ, ਉਸ ਤੋਂ ਉਹੀ ਓਨਾ ਬੈਟਰ ਹੈਗਾ ਸਾਰਿਆਂ ਲਈ। ਇਸ ਲਈ ਜਿਹੜੇ ਲੋਕ ਡਰਦੇ ਹੈਗੇ ਹੈ ਕਿ ਵੀ ਸਾਡੇ ਟੈਸਟ 'ਚ ਇੱਦਾਂ ਦਾ ਕੁਛ ਨਿਕਲ ਜਾਏਗਾ, ਦੇਖੋ ਜੇ ਤੁਹਾਨੂੰ ਕੈਂਸਰ ਨਹੀਂ ਹੋਏਗਾ ਤਾਂ ਜ਼ਬਰਦਸਤੀ ਕਿਸੇ ਦੇ ਟੈਸਟ ਨਹੀਂ ਨਿਕਲੇਗਾ। ਜੇ ਹੋਏਗਾ ਜਿੰਨੀ ਜਲਦੀ ਪਤਾ ਲੱਗ ਜਾਏਗਾ ਉਹਨਾਂ ਠੀਕ ਹੋ ਜਾਏਗਾ ਜਲਦੀ। ਡਾਕਟਰ ਸਾਹਿਬ ਜੋ ਇੱਥੇ ਆਪਣੇ NRI ਵੀਰ ਆ ਉਹ ਕੈਂਪ ਲਗਾਉਂਦੇ ਆ, ਅੱਖਾਂ ਦਾ ਲਗਾਉਂਦੇ ਜਾਂ ਵਰਲਡ ਕੈਂਸਰ ਕੇਅਰ ਦਾ ਕੈਂਪ ਲਗਾਉਂਦੇ ਆ, ਜਿਹੜੇ ਇੱਥੇ ਦੇ ਲੋਕ ਆ ਉਹ ਤਾਂ ਆਪਣਾ ਆਉਣ ਦਾ ਮਸੀਂ ਸਰਦਾ ਹੀ ਜੇ ਕਿ ਹੋਏਗਾ ਵੀ ਚੰਗਾ ਭਲਾ ਦੋਣ ਦੀ ਕੋਈ ਇਹੋ ਜਿਹੀ ਸੋਚ ਹੈ ਨਹੀਂ ਗੀ। ਜਿਹੜੇ NRI ਵੀਰ ਆ ਜਿਹੜਾ ਪੂਰੀ ਦੁਨੀਆ 'ਚ ਦੇਖ ਰਹੇ ਆ, ਉਹ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਕਿ ਉਹ ਕੈਂਪ ਜਿਹੜੇ ਵੱਧ ਤੋਂ ਵੱਧ ਲਗਾਉਣ? ਮੈਂ ਤਾਂ ਜੀ ਇਹੀ ਕਹੂੰਗਾ ਕਿਉਂਕਿ ਸਾਡੀ ਜਿਹੜੀ ਚੈਰੀਟੇਬਲ ਸੁਸਾਇਟੀ ਹੈ ਉਹ ਇਹ ਸਾਰੇ NRI ਵੀਰਾਂ ਦੀ ਜਿੰਨੇ ਵੀ ਰਹਿੰਦੇ ਹੈਗੇ ਆ ਬਾਹਰ, US ਹੋਵੇ, ਕੈਨੇਡਾ ਹੋਵੇ, UK ਹੋਵੇ, ਜਿੰਨੇ ਵੀ ਰਹਿੰਦੇ ਆ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਕੈਂਪਸ ਚੱਲ ਰਹੇ ਨੇ। ਅਤੇ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਕੈਂਪਸ ਉਹ ਲੋਕ ਲਗਵਾਉਣਗੇ ਅਤੇ ਜਿੰਨੀ ਹੈਲਪ ਕਰਨਗੇ, ਜਿੰਨਾ ਡੋਨੇਟ ਕਰਨਗੇ ਉਹਨਾਂ ਜ਼ਿਆਦਾ ਵਧੀਆ ਹੈਗਾ, ਉਹਨਾਂ ਜ਼ਿਆਦਾ ਚੰਗੇ ਪੱਧਰ 'ਤੇ ਕੰਮ ਹੋਏਗਾ। ਔਰ ਜਿੰਨਾ ਵੀ ਇਹ ਕੈਂਪਸ ਜਿੰਨੇ ਲੱਗਣ ਓਨੇ ਘੱਟ ਆ ਕਿਉਂਕਿ ਅੱਜ ਕੱਲ੍ਹ ਪੇਸ਼ੈਂਟਸ ਜਿਹੜੇ ਹੈ ਕੈਂਸਰ ਦੇ ਇੰਨੇ ਵੱਧ ਚੁੱਕੇ ਆ ਅਤੇ ਇੰਡੀਆ ਦੇ ਵਿੱਚ ਜਿਹੜੀ ਕੈਂਸਰ ਦੇ ਨਾਲ ਡੈਥ ਹੁੰਦੀ ਹੈ ਉਹ ਰੇਸ਼ੋ ਬਹੁਤ ਜ਼ਿਆਦਾ ਹੈ। ਇਸ ਲਈ ਜਿੰਨਾ NRI ਸਹਿਯੋਗ ਕਰਨਗੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਕੈਂਪ ਵੱਧ ਤੋਂ ਵੱਧ ਲੱਗ ਸਕਦੇ। ਡਾਕਟਰ ਸਾਹਿਬ ਜਿਹੜਾ ਆਪਣੇ ਕੁਲਵੰਤ ਸਿੰਘ ਜੀ ਧਾਲੀਵਾਲ ਆ, ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜੇ ਦੇਖੋ ਜੀ ਜਿਹੜੇ ਕੁਲਵੰਤ ਸਿੰਘ ਧਾਲੀਵਾਲ ਜੀ ਹੈਗੇ ਆ ਉਹ ਸਾਡੇ ਜਿਹੜੇ ਹੈਗੇ ਆ ਵਰਲਡ ਕੈਂਸਰ ਕੇਅਰ ਦੇ ਗਲੋਬਲ ਬ੍ਰਾਂਡ ਜਿਹੜੇ ਐਂਬੈਸਡਰ ਹੈਗੇ ਆ, ਉਹਨਾਂ ਨੇ ਇਹ ਸਾਰਾ ਉਪਰਾਲਾ ਸ਼ੁਰੂ ਕੀਤਾ ਹੈ ਅਤੇ ਬਿਲਕੁਲ ਉਹ ਬਹੁਤ ਹੀ ਚੰਗਾ ਕੰਮ ਕਰ ਰਹੇ ਨੇ। ਅਤੇ ਮੇਰਾ ਇਹੀ ਮੰਨਣਾ ਹੈ ਕਿ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਲੋਕ ਉਹਨਾਂ ਦਾ ਸਾਥ ਦੇਣਗੇ, ਉਹਨਾਂ ਦਾ ਸਹਿਯੋਗ ਕਰਨਗੇ, ਓਨਾ ਹੀ ਇਸ ਬਿਮਾਰੀ ਨੂੰ ਆਪਾਂ ਪੰਜਾਬ 'ਚੋਂ ਅਤੇ ਦੁਨੀਆ 'ਚੋਂ ਖ਼ਤਮ ਕਰਨ ਲਈ ਅੱਗੇ ਵਧਾਂਗੇ। ਡਾਕਟਰ ਸਾਹਿਬ ਜਦੋਂ ਕੋਈ ਤੁਸੀਂ ਚੈੱਕਅਪ ਕਰਦੇ ਮਰੀਜ਼ ਦੀ ਅਤੇ ਜਾਂ ਕੋਈ ਰੋਗੀ ਕੋਈ ਨਿਕਲਿਆ ਹੁੰਦਾ ਖਤਰਨਾਕ ਬਿਮਾਰੀ ਦਾ ਕੈਂਸਰ ਦਾ, ਅਤੇ ਉਹ ਜਿਹੜੀ ਰਿਪੋਰਟ ਆ ਕਿੰਨੇ ਚਿਰ ਬਾਅਦ ਆ ਜਾਂਦੀ? ਦੇਖੋ ਜੀ ਵੱਖਰੇ ਵੱਖਰੇ ਟੈਸਟ ਦੀ ਰਿਪੋਰਟਸ ਜਿਹੜੀ ਹੈਗੀ ਉਹਨੂੰ ਵੱਖਰਾ ਵੱਖਰਾ ਟਾਈਮ ਲੱਗਦਾ ਹੈ।
ਜਦੋਂ ਸਾਨੂੰ ਕਿਸੇ ਪੇਸ਼ੈਂਟ ਤੇ ਸ਼ੱਕ ਹੁੰਦਾ ਹੈ ਕਿ ਇਹਦੇ ਸਿੰਪਟਮਸ ਮੈਚ ਕਰ ਸਕਦੇ ਆ ਕੈਂਸਰ ਨਾਲ ਜਾਂ ਇਹਨੂੰ ਕੈਂਸਰ ਹੋ ਸਕਦਾ, ਤਾਂ ਅਸੀਂ ਉਹਦਾ ਟੈਸਟ ਕਰਵਾਉਂਦੇ ਹਾਂ। ਡਿਪੈਂਡ ਕਰਦਾ 10 ਤੋਂ 15 ਦਿਨ ਦੇ ਵਿੱਚ ਜਿਹੜੀ ਹੈ ਰਿਪੋਰਟ ਉਹ ਆ ਜਾਂਦੀ ਹੈ। ਤੇ ਜੇ ਕੁਝ ਪੋਜ਼ਿਟਿਵ ਪੇਸ਼ੈਂਟ ਦਾ ਮੰਨ ਲਓ ਉਹਨੂੰ ਕੈਂਸਰ ਨਿਕਲ ਆਉਂਦਾ ਹੈ, ਤਾਂ ਅਸੀਂ ਫਰਦਰ ਉਹਦੀ ਜਿਹੜੀ ਹੈਗੀ ਹੈ ਫਰਦਰ ਜਿਹੜਾ ਦੇਖਦੇ ਹਾਂ ਅੱਗੇ ਕੀ ਕਰ ਸਕਦੇ ਹਾਂ। ਅੱਗੇ ਦੇਖੋ ਫਰਦਰ ਉਹਦੇ ਟੈਸਟ ਹੁੰਦੇ ਹੈਗੇ ਆ, ਕਿਉਂਕਿ ਇੱਕ ਟੈਸਟ ਨਾਲ ਕਨਫਰਮ ਨਹੀਂ ਹੁੰਦਾ। ਇੱਕ ਟੈਸਟ ਪਹਿਲਾਂ ਪ੍ਰੀਲਿਮਿਨਰੀ ਟੈਸਟ ਹੁੰਦੇ ਆ ਜਿੰਨਾ ਸ਼ੋਰ ਕਰਨਾ ਹੁੰਦਾ, ਉਸ ਤੋਂ ਬਾਅਦ ਅੱਗੇ ਕਈ ਟੈਸਟ ਹੁੰਦੇ ਆ। ਅਸੀਂ ਪੇਸ਼ੈਂਟ ਦਾ ਪ੍ਰੋਪਰ ਫੋਲੋਅਪ ਕਰਦੇ ਹਾਂ ਤੇ ਉਹਨੂੰ ਗਾਈਡ ਕਰਦੇ ਹਾਂ ਕਿ ਉਹ ਕਿਹੜੇ ਸਰਕਾਰੀ ਹਸਪਤਾਲ 'ਚ ਜਾਂ ਫਿਰ ਕਿਹੜੇ ਪ੍ਰਾਈਵੇਟ ਹਸਪਤਾਲ ਜਾ ਸਕਦਾ ਹੈ, ਤੇ ਉਹਦਾ ਟੈਲੀਫੋਨਿਕਲੀ ਅਸੀਂ ਪ੍ਰੋਪਰ ਉਹਦਾ ਪੂਰਾ ਕੋਰਸ ਹੁੰਦਾ ਉਹਦਾ ਟ੍ਰੀਟਮੈਂਟ ਦਾ, ਉਹਦਾ ਪੂਰਾ ਅਸੀਂ ਫੋਲੋਅਪ ਕਰਦੇ ਹਾਂ। ਡਾਕਟਰ ਸਾਹਿਬ ਜਦੋਂ ਮਰੀਜ਼ ਕੋਈ ਤਾਂ ਨਿਕਲਿਆ ਉਹਦਾ ਤੁਸੀਂ ਉਹਦੇ ਕੋਲ ਆਪ ਪਹੁੰਚ ਕਰਦੇ ਕਿ ਜਾਂ ਮਰੀਜ਼ ਨੂੰ ਬਾਅਦ 'ਚ ਫਿਰ ਦੁਬਾਰਾ ਆਉਣਾ ਪੈਂਦਾ? ਦੇਖੋ ਇਹ ਸਟੈਂਡਰਡ ਜਿਹੜਾ ਸਭ ਤੋਂ ਪਹਿਲਾਂ ਅਸੀਂ ਟੈਸਟ ਕਰਵਾਉਂਦੇ, ਉਸ ਤੋਂ ਬਾਅਦ ਪ੍ਰੋਟੋਕਾਲ ਨੂੰ ਫੋਲੋ ਕਰਦੇ ਹਾਂ। ਉਸ ਤੋਂ ਬਾਅਦ ਜਿਹੜੇ ਵੀ ਉਹਦੇ ਟੈਸਟ ਹੋਣੇ ਹੁੰਦੇ ਆ, ਜਿਵੇਂ ਬਾਇਓਪਸੀ ਜਾਂ ਹੋਰ ਵੀ ਕਈ ਤਰ੍ਹਾਂ ਦੇ ਟੈਸਟ ਹੁੰਦੇ ਆ, ਉਹ ਹੋਣੇ ਹੁੰਦੇ। ਉਸ ਤੋਂ ਬਾਅਦ ਜਦ ਉਹਨੂੰ ਕਨਫਰਮ ਹੋ ਜਾਂਦਾ ਹੈ ਕਿ ਪੇਸ਼ੈਂਟ ਦਾ ਡਾਇਗਨੋਸ ਕਨਫਰਮ ਹੋ ਜਾਂਦਾ ਕੈਂਸਰ ਹੈ, ਉਸ ਤੋਂ ਬਾਅਦ ਸਾਡੇ ਕੋਲ ਫਾਰਮ ਹੁੰਦੇ ਆ। ਪੰਜਾਬ ਸਰਕਾਰ ਵੀ ਕੁਝ ਮਦਦ ਕਰਦੀ ਹੈਗੀ ਹੈ, ਫੰਡਸ ਜਿਹੜੀ ਦਿੰਦੀ ਹੈ। ਕੁਝ ਹਸਪਤਾਲ ਹੈਗੇ ਆ, 15-16 ਹਸਪਤਾਲ ਹੈਗੇ ਆ ਪੰਜਾਬ ਸਰਕਾਰ ਦੇ, ਜਿਹਦੇ ਵਿੱਚ ਜੇ ਪੇਸ਼ੈਂਟ ਜਾਏ ਤਾਂ ਉਹਨੂੰ ਫੰਡ ਦਿੱਤਾ ਜਾਂਦਾ ਹੈ। ਤਾਂ ਅਸੀਂ ਉਹਦੇ ਬਾਰੇ ਪੇਸ਼ੈਂਟ ਨੂੰ ਜਾਣਕਾਰੀ ਦਿੰਦੇ ਹਾਂ, ਪਲੱਸ ਟੂ ਫਾਰਮ ਭਰਵਾ ਦਿੰਦੇ ਹਾਂ ਪੇਸ਼ੈਂਟ ਦਾ। ਉਸ ਤੋਂ ਬਾਅਦ ਪੇਸ਼ੈਂਟ ਉੱਥੇ ਟ੍ਰੀਟਮੈਂਟ ਲਈ ਜਾਂਦਾ ਤੇ ਅਸੀਂ ਉਹਨੂੰ ਫੋਲੋਅਪ ਕਰਦੇ ਹਾਂ ਫੋਨ ਤੇ। ਡਾਕਟਰ ਸਾਹਿਬ ਜਦੋਂ ਕਿਸੇ ਮਰੀਜ਼ ਨੂੰ ਇਸ ਬਿਮਾਰੀ ਦਾ ਪਤਾ ਲੱਗਦਾ ਉਹ ਡਰ ਜਾਂਦਾ, ਤੁਸੀਂ ਉਸ ਮਰੀਜ਼ ਨੂੰ ਸਿੱਧਾ ਦੱਸਦੇ ਨੇ ਕਿ ਜਾਂ ਉਹਦੇ ਪਰਿਵਾਰ ਦੇ ਮੈਂਬਰ ਨੂੰ ਦੱਸਦੇ ਹੋ? ਦੇਖੋ ਤਰੀਕੇ ਨਾਲ ਹੁੰਦਾ ਹੈ ਜੀ ਦੱਸਣਾ। ਜੇ ਕੋਈ ਨਾਲ ਪਰਿਵਾਰ ਦਾ ਕੋਈ ਵੱਡਾ ਮੈਂਬਰ ਉਹਨਾਂ ਨਾਲ ਹੋਵੇ ਤਾਂ ਉਹਨੂੰ ਪਹਿਲਾਂ ਦੱਸਣਾ ਪੈਂਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਜਿਹਨੂੰ ਕਹਿੰਦੇ ਆ ਨਾ, ਇੱਕਦਮ ਦੱਸਣਾ ਚੰਗਾ ਨਹੀਂ ਹੁੰਦਾ। ਤਰੀਕੇ ਨਾਲ ਸਾਨੂੰ ਪੇਸ਼ੈਂਟ ਦੀ ਕਾਉਂਸਲਿੰਗ ਵੀ ਕਰਨੀ ਪੈਂਦੀ ਹੈ, ਕਿਉਂਕਿ ਜੇ ਇੱਕਦਮ ਦੱਸ ਦੋ ਤਾਂ ਪੇਸ਼ੈਂਟ ਬਹੁਤ ਜ਼ਿਆਦਾ ਡਰ ਜਾਂਦਾ ਹੈਗਾ। ਇਸ ਲਈ ਇੱਕਦਮ ਤਾਂ ਨਹੀਂ ਦੱਸਦੇ ਹਾਂ। ਉਹਦੇ ਜਿਹੜੇ ਨਾਲ ਕੋਈ ਵੀ ਰਿਲੇਟਿਵਸ ਜਾਂ ਕੋਈ ਵੀ ਅਟੈਂਡੈਂਟ ਨਾਲ ਹੁੰਦਾ, ਅਸੀਂ ਉਹਨੂੰ ਤਰੀਕੇ ਨਾਲ ਸਮਝਾਉਂਦੇ ਹੈਗੇ ਹਾਂ ਤੇ ਪ੍ਰੋਪਰ ਉਹਨੂੰ ਦੱਸਦੇ ਹਾਂ ਕਿ ਇਹ ਚੀਜ਼ ਹੈ ਤੇ ਠੀਕ ਹੋ ਸਕਦੀ ਹੈ। ਤੁਸੀਂ ਜਦੋਂ ਕੋਈ ਮਰੀਜ਼ ਨਿਕਲਦਾ ਤੁਸੀਂ ਉਹਨੂੰ ਦੱਸਦੇ ਆ ਕਿ ਤੁਸੀਂ ਆਪਣੇ ਕੋਈ ਮੈਂਬਰ ਨੂੰ ਨਾਲ ਲੈ ਕੇ ਜਾਂ ਆਪੇ ਨਾਲ ਲੈ ਕੇ ਆਉਂਦਾ? ਦੇਖੋ ਇੱਦਾਂ ਹੁੰਦਾ ਹੈ ਕਿ ਜਿਹੜੀ ਜਦ ਟੈਸਟ ਹੋ ਜਾਂਦਾ ਉਹਦੀ ਰਿਪੋਰਟ ਅਸੀਂ ਉਸੇ ਜਗ੍ਹਾ ਤੇ ਵਿੱਚ ਸਾਡੇ ਜਿਹੜੇ ਟੀਮ ਦੇ ਕੁਝ ਮੈਂਬਰਸ ਨੇ ਉਹ ਆ ਕੇ ਉਸੇ ਜਗ੍ਹਾ ਦੇ ਵਿੱਚ ਰਿਪੋਰਟ ਦਿੰਦੇ ਹੈਗੇ ਆ, ਤੇ ਰਿਪੋਰਟ ਦੇ ਹਿਸਾਬ ਨਾਲ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਅੱਗੇ ਤੁਹਾਡਾ ਫਰਦਰ ਕਿਹੜਾ ਟੈਸਟ ਹੋ ਸਕਦਾ ਹੈ, ਜਿਹਦੇ ਨਾਲ ਸ਼ੋਰ ਹੋ ਸਕਦਾ ਹੈ ਕਿ ਤੁਹਾਨੂੰ ਇਹ ਡਾਇਗਨੋਸ ਤੁਹਾਡਾ ਪੱਕਾ ਹੈਗਾ ਜਾਂ ਤੁਹਾਨੂੰ ਨਹੀਂ। ਅੱਗੇ ਟੈਸਟ ਨਾਲ ਇਹ ਹੋ ਸਕਦਾ ਹੈ ਕਿ ਨਹੀਂ ਹਲੇ ਸ਼ੱਕ ਹੈਗਾ, ਹਲੇ ਵੀ ਅੱਗੇ ਹੋਰ ਤੁਹਾਡੇ ਟੈਸਟ ਹੋਣੇ ਆ, ਇਸ ਹਿਸਾਬ ਨਾਲ ਦੱਸਿਆ ਜਾਂਦਾ ਹੈ। ਨਹੀਂ ਤੁਸੀਂ, ਮੇਰਾ ਮਤਲਬ ਹੈ ਸਿੱਧਾ ਤੁਸੀਂ ਮਰੀਜ਼ ਨੂੰ ਦੱਸਦੇ ਕਿ ਜਾਂ ਉਹਨੂੰ ਕਹਿੰਦੇ ਆ ਵੀ ਤੂੰ ਆਪਣੇ ਕੋਈ ਫੈਮਿਲੀ ਮੈਂਬਰ ਨਾਲ ਲੈ ਕੇ ਆਓ? ਦੇਖੋ ਨਾਲ ਫੈਮਿਲੀ ਮੈਂਬਰ ਤਾਂ ਆਉਂਦੇ ਹੀ ਆ। ਜੇ ਉਹਨਾਂ ਦੇ ਫੈਮਿਲੀ ਮੈਂਬਰ ਨਾਲ ਆਉਂਦੇ ਆ ਤਾਂ ਜ਼ਰੂਰ ਉਹਨਾਂ ਨੂੰ ਹੀ ਪਹਿਲਾਂ ਦੱਸਿਆ ਜਾਂਦਾ ਹੈ। ਲੇਕਿਨ ਜੇ ਪੇਸ਼ੈਂਟ ਇਕੱਲਾ ਆਉਂਦਾ ਹੈ ਤਾਂ ਉਹਨੂੰ ਅਸੀਂ ਡਿਪੈਂਡ ਕਰਦਾ ਹੈ ਪੇਸ਼ੈਂਟ ਦਾ ਡਾਇਗਨੋਸ। ਜੇ ਤਾਂ ਫਾਈਨਲ ਹੈ ਕਿ ਉਹਨੂੰ ਕੈਂਸਰ ਹੈ ਹੀ ਹੈ, ਫਿਰ ਤਾਂ ਉਹਨੂੰ ਦੱਸਣਾ ਪੈਂਦਾ ਹੈ। ਜੇ ਹਲੇ ਸ਼ੱਕ ਹੁੰਦਾ ਹੈ ਕੋਈ, ਤਾਂ ਉਹਨੂੰ ਅਸੀਂ ਇਹ ਦੱਸਿਆ ਜਾਂਦਾ ਹੈ ਕਿ ਅੱਗੇ ਹਲੇ ਹੋਰ ਟੈਸਟ ਹੋਣਗੇ ਤੇ ਉਸ ਤੋਂ ਬਾਅਦ ਕਨਫਰਮ ਹੋਏਗਾ ਤੁਹਾਡਾ ਡਾਇਗਨੋਸ। ਡਾਕਟਰ ਸਾਹਿਬ ਜਿਹੜਾ ਡਰ ਆ ਇਹ ਸਭ ਤੋਂ ਵੱਡੀ ਬਿਮਾਰੀ ਆ ਕਿ ਜਿਸ ਤੋਂ ਡਾਕਟਰ ਵੀ ਕਈ ਕਹਿੰਦੇ ਆ ਕਿ ਜਦੋਂ ਕੋਈ ਸੱਪ ਕਿਸੇ ਦੇ ਲੜਦਾ, ਕਿਸੇ ਦਾ ਜ਼ਹਿਰੀਲਾ ਸੱਪ, ਉਹ ਦਹਿਸ਼ਤ ਜਦੋਂ ਡਰ ਦੇ ਨਾਲ ਹੀ ਕਹਿੰਦੇ ਮੌਤ ਉਹਦੀ ਹੋ ਜਾਂਦੀ ਆ। ਇਸ ਦੇ ਬਾਰੇ ਵੀ ਤੁਸੀਂ ਦੱਸ ਸਕਦੇ ਕੁਝ? ਦੇਖੋ ਸਾਈਕੋਲੋਜੀਕਲ ਫੈਕਟਰ ਬਹੁਤ ਵੱਡਾ ਹੁੰਦਾ ਹੈ ਜੀ। ਜੇ ਕੋਈ ਪੇਸ਼ੈਂਟ ਸਾਈਕੋਲੋਜੀਕਲੀ ਸਟਰੋਂਗ ਹੈਗਾ, ਮੈਂਟਲੀ ਸਟਰੋਂਗ ਹੈਗਾ, ਤਾਂ ਉਹਦਾ ਓਨਾ ਹੀ ਜਿਹੜਾ ਹੈਗਾ ਟ੍ਰੀਟਮੈਂਟ ਈਜ਼ੀ ਹੋ ਜਾਂਦਾ ਹੈ ਤੇ ਓਨਾ ਹੀ ਉਹਦਾ ਵਿਲ ਪਾਵਰ ਜਿਹਨੂੰ ਕਹਿੰਦੇ ਆ ਉਹ ਬਹੁਤ ਮੈਟਰ ਕਰਦੀ ਹੈ। ਕਈ ਪੇਸ਼ੈਂਟ ਸਾਈਕੋਲੋਜੀਕਲੀ ਥੋੜ੍ਹੇ ਵੀਕ ਹੁੰਦੇ ਆ, ਜਿਹੜੇ ਕਿ ਜ਼ਿਆਦਾ ਆਪਣਾ ਮੈਂਟਲੀ ਉਹਨੂੰ ਸਹਾਰ ਨਹੀਂ ਸਕਦੇ ਬਿਮਾਰੀ ਨੂੰ, ਬੋਝ ਬਹੁਤ ਪਾ ਲੈਂਦੇ ਆ ਕਿ ਜੇ ਮੈਨੂੰ ਕੈਂਸਰ ਹੋ ਗਿਆ ਜਾਂ ਮੈਨੂੰ ਕੋਈ ਬਹੁਤ ਵੱਡੀ ਬਿਮਾਰੀ ਹੋ ਗਈ ਜਾਂ ਪਤਾ ਨਹੀਂ ਠੀਕ ਹੋਏਗਾ। ਉਹ ਇੰਨਾ ਬੋਝ ਹੋ ਜਾਂਦਾ ਉਹਨਾਂ ਦਾ ਕਿ ਸਾਈਕੋਲੋਜੀਕਲੀ ਉਹ ਇੰਨੇ ਵੀਕ ਹੋ ਜਾਂਦੇ ਆ ਕਿ ਜਿਹੜੀ ਬਿਮਾਰੀ ਹੈ ਉਹ ਡਬਲ ਜਿਹਨੂੰ ਕਹਿੰਦੇ ਨਾ ਹੋ ਜਾਂਦੀ ਹੈ ਤੇ ਉਹ ਪੇਸ਼ੈਂਟ ਦਾ ਫਿਰ ਔਖਾ ਹੋ ਜਾਂਦਾ। ਕਈ ਪੇਸ਼ੈਂਟ ਸਾਈਕੋਲੋਜੀਕਲੀ ਥੋੜ੍ਹੇ ਸਟਰੋਂਗ ਹੁੰਦੇ ਆ ਤੇ ਉਹਨਾਂ ਦੇ ਰਿਲੇਟਿਵਸ ਵੀ ਸਟਰੋਂਗ ਹੁੰਦੇ, ਉਹ ਸਮਝ ਸਕਦੇ ਆ ਕਿ ਠੀਕ ਹੈ ਹੁਣ ਬਿਮਾਰੀ ਹੋ ਗਈ ਹੈ ਲੇਕਿਨ ਡਟ ਕੇ ਇਹਦਾ ਮੁਕਾਬਲਾ ਕਰਨਾ। ਇਸ ਲਈ ਮੈਂ ਇਹੀ ਕਹੂੰਗਾ ਕਿ ਇਸ ਬਿਮਾਰੀ ਤੋਂ ਡਰਨਾ ਨਹੀਂ ਚਾਹੀਦਾ। ਇਸ ਬਿਮਾਰੀ ਬਾਰੇ ਮਿਸਕਨਸੈਪਸ਼ਨਸ ਬਹੁਤ ਨੇ ਲੋਕਾਂ ਨੂੰ, ਅਸੀਂ ਉਹੀ ਕਲੀਅਰ ਕਰਦੇ ਹਾਂ ਕਿਉਂਕਿ ਸਾਡਾ ਅਵੇਅਰਨੈਸ ਦਾ ਮੇਨ ਕੰਮ ਹੁੰਦਾ। ਤੇ ਇਹੀ ਮੈਂ ਕਹਿਣਾ ਚਾਹੂੰਗਾ ਕਿ ਜਿੰਨੀ ਜਲਦੀ ਇਹਦਾ ਫੜਿਆ ਜਾਵੇ, ਜਿੰਨੀ ਜਲਦੀ ਦਾ ਡਾਇਗਨੋਸ ਹੋ ਜਾਏ, ਉਨੀ ਜਲਦੀ ਦਾ ਟ੍ਰੀਟਮੈਂਟ ਉਨਾ ਆਸਾਨੀ ਨਾਲ ਹੋ ਸਕਦਾ। ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ। ਤੁਸੀਂ ਬਿਮਾਰੀ ਦੇ ਲੱਛਣਾਂ ਬਾਰੇ ਦੱਸਿਆ ਤੇ ਮਰੀਜ਼ਾਂ ਨੂੰ ਦੱਸਿਆ ਕਿ ਇਸ ਬਿਮਾਰੀ ਤੋਂ ਜਿਹੜਾ ਬਿਲਕੁਲ ਡਰਨਾ ਨਹੀਂ ਚਾਹੀਦਾ। ਡਾਕਟਰ ਸਾਹਿਬ ਤੁਸੀਂ ਸਿੱਖ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਨਡਾਲੇ ਵਿਖੇ ਵਰਲਡ ਕੈਂਸਰ ਕੇਅਰ ਵੱਲੋਂ ਜੋ ਅੱਜ ਇੱਥੇ ਨਡਾਲਾ ਵਿੱਚ ਕੈਂਪ ਲਗਾਇਆ ਗਿਆ, ਉਸ ਦੇ ਬਾਰੇ ਮੈਂ ਗੱਲ ਕਰੂੰਗਾ। ਬਾਬਾ ਜੀ ਨਾਲ ਸਭ ਤੋਂ ਪਹਿਲਾਂ ਫਤਿਹ ਬੁਲਾਉਂਗਾ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਉਹ ਅੱਜ ਕੈਂਸਰ ਰੋਕੋ ਦਾ ਕੈਂਪ ਲੱਗਾ, ਵਰਲਡ ਕੈਂਸਰ ਕੇਅਰ ਦਾ ਕੈਂਪ ਲੱਗਾ ਨਡਾਲੇ ਵਿਖੇ ਗੁਰਦੁਆਰਾ ਸਾਹਿਬ ਵਿੱਚ।
ਤੁਸੀਂ ਇੱਥੇ ਚੈੱਕਅਪ ਕਰਾਇਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਰ ਬਹੁਤ ਵਧੀਆ ਉਪਰਾਲਾ ਇਹਨਾਂ ਦਾ। ਇਹ ਇਸ ਤੋਂ ਪਹਿਲਾਂ ਅਸੀਂ ਬਾਬਾ ਕਾਲਾ ਸਾਹਿਬ ਵਿਖੇ ਵੀ ਇਹਨਾਂ ਦਾ ਕੈਂਪ ਜਿਹੜਾ ਉਹ ਅਟੈਂਡ ਕੀਤਾ ਸੀਗਾ ਤੇ ਬਹੁਤ ਅੱਛਾ ਲੱਗਦਾ, ਕਿਉਂਕਿ ਮਰੀਜ਼ ਜਿਹੜੇ ਆ ਉਹਨਾਂ ਦਾ ਸਾਡੇ ਬਾਬਾ ਕਾਲਾ ਸਾਹਿਬ ਵਿਖੇ ਇੱਕ ਸੇਵਾਦਾਰ ਨੇ ਜਿਸ ਦੀ ਕੈਂਸਰ ਦੀ ਰਿਪੋਰਟ ਆਈ ਹੈ, ਉਹ ਅਜੇ ਨਾਰਮਲ ਕੈਂਸਰ ਉਹਨਾਂ ਨੂੰ ਉਹ ਠੀਕ ਹੋ ਸਕਦੇ ਨੇ। ਇਸ ਤਰੀਕੇ ਦੇ ਨਾਲ ਜਿਹੜਾ ਫ੍ਰੀ ਇਹਦਾ ਚੈੱਕਅਪ ਹੋ ਜਾਣਾ ਇਹ ਬਹੁਤ ਵੱਡਾ ਉਪਰਾਲਾ ਹੈ, ਕਿਉਂਕਿ ਹਰ ਇੱਕ ਬੰਦਾ ਜਿਹੜਾ ਉਹ ਡਰਦਾ ਹੈ ਕਿ ਬਹੁਤ ਜ਼ਿਆਦਾ ਖਰਚਾ ਇਹਨਾਂ ਦੇ ਟੈਸਟਾਂ ਦਾ ਹੀ ਆਉਂਦਾ ਹੈ। ਉਸ ਨੂੰ ਹੁਣ ਪਤਾ ਲੱਗ ਗਿਆ ਕਿ ਮੈਨੂੰ ਕੈਂਸਰ, ਉਹ ਆਪਣਾ ਇਲਾਜ ਕਰਵਾ ਸਕਦੀ ਹੈ। ਜਿਵੇਂ ਕਿ ਮੈਨੂੰ ਹੁਣ ਛਾਤੀ ਦੇ ਵਿੱਚ ਦਰਦ ਹੁੰਦਾ, ਡਾਕਟਰ ਸਾਹਿਬ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਜੋ ਦਵਾਈਆਂ ਲਿਖ ਕੇ ਦਿੱਤੀਆਂ ਉਹ ਲਵਾਂਗੇ ਤੇ ਇਹਦੇ ਨਾਲ ਸਾਡਾ ਵੀ ਜੋ ਆ ਫਾਇਦਾ ਹੋਏਗਾ। ਤੇ ਭਾਈ ਸਾਹਿਬ, ਜੋ ਇਹ ਬਿਮਾਰੀ ਜਿਹੜੀ ਆ ਕੈਂਸਰ ਦੀ, ਇਹ ਘਰ ਘਰ ਬਿਮਾਰੀ ਜਿਹੜੀ ਆ ਪਿੰਡਾਂ 'ਚ ਮਤਲਬ ਹੋ ਗਈ, ਜਿੱਦਾਂ ਆਮ ਬਹੁਤ ਲੋਕਾਂ ਨੂੰ ਜਿਹੜੀ ਇਹ ਬਿਮਾਰੀ ਹੋ ਗਈ ਆ, ਤੇ ਕਈ ਜਿਹੜੇ ਲੋਕ ਆ ਬਿਮਾਰੀ ਹੁੰਦੇ ਹੋਏ ਵੀ ਚੈੱਕਅਪ ਕਰਾਉਣ ਵਾਸਤੇ ਫ੍ਰੀ ਚੈੱਕਅਪ ਜਿਹੜਾ ਹੋ ਰਿਹਾ ਉਹਦੇ ਉੱਪਰ ਚੈੱਕਅਪ ਕਰਾਉਣ ਵਾਸਤੇ ਲੋਕ ਡਰਦੇ ਆ। ਤੁਸੀਂ ਉਸ ਸੰਗਤਾਂ ਨੂੰ, ਉਸ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਵੀ ਇਹ ਚੈੱਕਅਪ ਜ਼ਰੂਰ ਕਰਾਉਣ? ਸਰ ਇਹਨਾਂ ਲੋਕਾਂ ਨੂੰ ਜੋ ਫ੍ਰੀ ਟੈਸਟ ਹੁੰਦਾ ਲਾਜ਼ਮੀ ਕਰਵਾਉਣਾ ਚਾਹੀਦਾ। ਕਿਸੇ ਨੂੰ ਕੈਂਸਰ ਹੈ ਜਾਂ ਨਹੀਂ ਹੈ, ਜੇਕਰ ਉਹਨਾਂ ਦੇ ਕੋਈ ਫੋੜਾ ਫੈਂਸੀ ਜਾਂ ਕੋਈ ਦਰਦ ਇਹੋ ਜਿਹੀ ਜਗ੍ਹਾ ਹੁੰਦੀ ਹੈ ਜਾਂ ਕੋਈ ਖੂਨ ਆਉਂਦਾ ਹੈ ਥੁੱਕ ਰਾਹੀਂ ਜਾਂ ਕੋਈ ਆਪਣਾ ਲੈਟਰੀਨ ਰਾਹੀਂ, ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਜ਼ਰੂਰ ਆਉਣਾ ਚਾਹੀਦਾ, ਟੈਸਟ ਕਰਵਾਉਣਾ ਚਾਹੀਦਾ। ਕਿਉਂਕਿ ਕੈਂਸਰ ਇੱਕ ਜਦੋਂ ਲਾਸਟ ਸਟੇਜ ਤੇ ਪਹੁੰਚ ਜਾਂਦੀ ਹੈ ਤਾਂ ਫੇਰ ਪਤਾ ਲੱਗਦਾ ਕਿ ਸਾਨੂੰ ਕੈਂਸਰ ਆ, ਉਦੋਂ ਇਹ ਇਲਾਜ ਹੋ ਜਾਂਦੀ ਹੈ। ਪਹਿਲਾਂ ਸ਼ੁਰੂਆਤ 'ਚ ਪਤਾ ਲੱਗ ਜੇ ਤਾਂ ਇਲਾਜ ਸੌਖਾ ਹੋ ਜਾਂਦਾ, ਖਰਚ ਵੀ ਘੱਟ ਆਉਂਦਾ। ਤੇ ਬਾਕੀ ਇੱਕ ਮੈਂ ਹੋਰ ਗੱਲ ਕਹਿਣਾ ਚਾਹਾਂਗਾ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ, ਉਹ ਕੈਂਸਰ ਦੇ ਵਿੱਚ 20,000 ਰੁਪਏ ਕੈਂਸਰ ਪੀੜਤ ਨੂੰ ਜਿਹੜੀ ਆ ਦਵਾਈ ਵਾਸਤੇ ਸਹਾਇਤਾ ਦਿੰਦੀ ਹੈ, ਉਹ ਵੀ ਮਰੀਜ਼ਾਂ ਨੂੰ ਲੈਣਾ ਚਾਹੀਦੀ ਹੈ। ਸੋ ਫਾਰਮ ਭਰ ਕੇ ਤੋਂ ਉੱਥੇ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹੁੰਚਾਉਣ ਤੇ ਆਪਣੇ ਸਹੂਲਤ ਪਾਉਣ। ਭਾਈ ਸਾਹਿਬ, ਜਿੱਦਾਂ ਕੋਈ ਰੋਗੀ ਨਿਕਲਦਾ ਇਸ ਬਿਮਾਰੀ ਦਾ, ਪੰਜਾਬ ਗੌਰਮੈਂਟ ਵੀ ਜਿਹੜੀ ਆ ਉਹ 1.5 ਲੱਖ ਰੁਪਈਆ ਮਰੀਜ਼ ਨੂੰ ਦਿੰਦੀ ਆ, ਤੇ ਤੁਸੀਂ ਦੱਸਿਆ ਵੀ 20,000 ਰੁਪਈਆ ਜਿਹੜਾ ਉਹ ਸ਼੍ਰੋਮਣੀ ਕਮੇਟੀ ਦਿੰਦੀ ਆ। ਸ਼੍ਰੋਮਣੀ ਕਮੇਟੀ ਜਿਹੜੀ ਪੈਸੇ ਜੋ ਦਿੰਦੀ ਆ ਤੇ ਮਰੀਜ਼ ਨੂੰ ਕਿੰਨੇ ਚਿਰ ਬਾਅਦ ਪੈਸੇ ਮਿਲ ਜਾਂਦੇ ਆ? ਇਹ 1 ਮਹੀਨੇ ਦੇ ਵਿੱਚ ਵਿੱਚ ਪੈਸੇ ਉਹਨਾਂ ਨੇ ਚੈੱਕ ਜਿਹੜਾ ਵਾ ਮਰੀਜ਼ ਤੱਕ ਪਹੁੰਚਾਉਣਾ। ਹਾਂਜੀ, ਮੈਂ ਖੁਦ 3 ਮਰੀਜ਼, ਇੱਕ ਬੁੱਟਰ ਸਿਵੀਆਂ ਦਾ, ਇੱਕ ਚੀਰਾਂ ਦੀਆਂ ਮਹਿਣੀਆਂ ਪੈਂਦਾ ਅੰਮ੍ਰਿਤਸਰ ਲਾਗੇ, ਉਹਨਾਂ ਨੂੰ ਇਹ ਸਹੂਲਤ ਜਿਹੜੀ ਦਵਾਈ ਹੈ ਉਹਨਾਂ ਦੇ ਮੈਂਬਰ ਦੇ ਸਾਈਨ ਕਰਵਾ ਕੇ ਹਲਕੇ ਦੇ ਤੇ ਦਫ਼ਤਰ ਜਮ੍ਹਾਂ ਕਰਵਾਏ ਫਾਰਮ ਤੋਂ ਉਹਨਾਂ ਨੂੰ ਸਹੂਲਤ ਮਿਲੀ। ਹਾਂਜੀ, ਤੇ ਬਾਬਾ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਕਿ ਸ਼੍ਰੋਮਣੀ ਕਮੇਟੀ ਜਿਹੜੀ ਉਹ ਵੀ ਮਦਦ ਕਰਦੀ ਆ ਤੇ ਪੰਜਾਬ ਗੌਰਮੈਂਟ ਜਿਹੜੀ ਉਹ ਵੀ ਮਦਦ ਕਰਦੀ ਆ। ਬਾਬਾ ਜੀ, ਤੁਸੀਂ ਜਿਹੜੇ NRI ਵੀਰ ਜਿਹੜੇ ਆ, ਇਹ ਜਿਹੜੇ ਕੈਂਪ ਲਾਉਂਦੇ ਆ ਸਿਰਫ NRI ਵੀਰ ਹੀ ਲਾਉਂਦੇ ਆ, ਕਿਉਂਕਿ ਪੰਜਾਬ 'ਚ ਇੱਥੇ ਜਿਹੜਾ ਕੋਈ ਵੀ ਖੁਸ਼ਹਾਲ ਬੰਦਾ ਹੈ ਨਹੀਂ ਜਿਹੜਾ ਇੱਥੇ ਕੈਂਪ ਲਗਾ ਸਕੇ। ਤੁਸੀਂ ਜਿਹੜੇ NRI ਵੀਰ ਕੈਂਪ ਲਗਾਉਂਦੇ ਆ, ਉਹਨਾਂ ਨੂੰ ਹੋਰ ਉਤਸ਼ਾਹ ਕਰਨ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿ ਉਹ ਹਰ ਇੱਕ ਪਿੰਡ 'ਚ ਆਪਣੇ ਆਪਣੇ ਪਿੰਡਾਂ 'ਚ ਉਹ ਕੈਂਪ ਇਹ ਲਵਾਉਣ? ਸਰ ਮੈਂ ਖੁਦ ਆਪਣੀ ਮਿਸਿਸ ਦਾ ਟੈਸਟ ਕਰਵਾਉਣਾ ਸੀਗਾ ਬਾਬਾ ਕਾਲਾ ਸਾਹਿਬ ਤੋਂ। ਮੈਨੂੰ ਕੈਂਸਰ ਬਾਰੇ ਜਿਹੜਾ ਆ ਉਹ ਬਾਅਦ 'ਚ ਜਾਣਕਾਰੀ ਮਿਲੀ ਜਦੋਂ 3 ਵੱਜ ਚੁੱਕੇ ਸੀਗੇ। ਇਹਨਾਂ ਕਿਹਾ ਕਿ ਅਸੀਂ 4 ਵਜੇ ਤੱਕ ਇੱਥੇ ਆ, ਤੁਸੀਂ ਲੈ ਆਓ, ਤੇ ਮੇਰਾ 4 ਵਜੇ ਤੱਕ ਮੁੜ ਕੇ ਆਉਣਾ ਘਰੋਂ ਜਿਹੜਾ ਉਹ ਸੰਭਵ ਨਹੀਂ ਸੀਗਾ। ਮੈਂ ਹੁਣ ਡਾਕਟਰ ਸਾਹਿਬ ਉਹਨਾਂ ਨੂੰ ਪੁੱਛਿਆ ਕਿ ਦੁਬਾਰਾ ਬਾਬਾ ਕਾਲਾ ਏਰੀਆ ਦੇ ਵਿੱਚ ਤੁਹਾਡਾ ਕੈਂਪ ਕਦੋਂ ਲੱਗ ਰਿਹਾ, ਸਾਨੂੰ ਸੂਚਿਤ ਕਰੋ। ਸੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਵੱਧ ਤੋਂ ਵੱਧ ਲੋਕ ਕੈਂਪ ਲਵਾਉਣ ਜਿਹੜੇ ਖਰਚਾ ਝੱਲ ਸਕਦੇ ਨੇ ਆਪਣਾ, ਕਿਉਂਕਿ ਇੱਥੇ ਖਰਚਾ ਵੀ ਆਉਂਦਾ ਹੈ, ਤੇ ਵੱਧ ਤੋਂ ਵੱਧ ਮਰੀਜ਼ ਜਿਹੜੇ ਆ ਉਹ ਆਪਣਾ ਟੈਸਟ ਕਰਾਉਣ, ਇਹੀ ਮੈਂ ਕਹਿਣਾ ਚਾਹੁੰਦਾ। ਬਾਬਾ ਜੀ ਨੇ ਬਹੁਤ ਵਧੀਆ ਦੱਸਿਆ। ਤੇ ਜਦੋਂ ਵੀ NRI ਇਹ ਕੈਂਪ ਲਗਾਉਂਦੇ ਆ, ਜਿਹੜੇ ਲਾਗਲੇ ਪਿੰਡੇ ਜਾਂ ਦੂਰ ਦੇ ਪਿੰਡ ਵੀ ਜਾਂ ਕੋਈ ਰਿਸ਼ਤੇਦਾਰ ਵੀ ਆ, ਉਹਨਾਂ ਨੂੰ ਵੀ ਇਹ ਜਿਹੜੀ ਅਨਾਉਂਸਮੈਂਟ ਗੁਰਦੁਆਰਾ ਵਿੱਚ ਕੀਤੀ ਜਾਵੇ ਜਾਂ ਹੋਰ ਜਰੀਏ ਕਿਸੇ ਤਰੀਕੇ ਨਾਲ ਜਿਹੜੀ ਅਨਾਉਂਸਮੈਂਟ ਕੀਤੀ ਜਾਵੇ, ਕਿਉਂਕਿ ਲੋਕ ਜਿਹੜੇ ਵੱਧ ਤੋਂ ਵੱਧ ਇਹ ਜਿਹੜਾ ਲਾਭ ਉਠਾ ਸਕਣ, ਕਿਉਂਕਿ ਜਿਹੜੀ ਭਿਆਨਕ ਬਿਮਾਰੀ ਹੈ ਇਹ 'ਤੇ ਰੋਕਥਾਮ ਕੀਤੀ ਜਾ ਸਕੇ। ਇਹਦਾ ਚੈੱਕਅਪ ਜਿਹੜਾ ਫ੍ਰੀ ਜਿਹੜਾ ਹੋ ਰਿਹਾ, ਉਹਦਾ ਜਿਹੜਾ ਲਾਭ ਜਿਹੜਾ ਉਹ ਸੰਗਤਾਂ ਉਠਾਉਣ। ਬਾਬਾ ਜੀ, ਤੁਸੀਂ ਸਿੱਖ ਚੈਨਲ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇਖ ਰਿਹਾ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵਕਤ ਅਸੀਂ ਖੜੇ ਹਾਂ ਨਡਾਲਾ ਵਿਖੇ ਗੁਰਦੁਆਰਾ ਸਾਹਿਬ ਦੇ ਵਿੱਚ, ਜਿਹੜਾ ਕਿ ਬਾਬਾ ਮੱਸਾ ਸਿੰਘ ਜੀ ਕਾਰ ਸੇਵਾ ਵਾਲੇ ਬਾਬਾ ਜੀ, ਜਿਨ੍ਹਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਤਿਹਾਸਕ ਜਗ੍ਹਾ ਨੂੰ ਉਜਾਗਰ ਕੀਤਾ ਤੇ ਬੜੀ ਸੁੰਦਰ ਇਮਾਰਤ ਜਿਹੜੀ ਆ ਉਹ ਬਣਾਈ। ਤੇ ਇਸ ਵਕਤ ਹਨ ਬਾਬਾ ਮੱਸਾ ਸਿੰਘ ਜੀ ਦੇ ਬੇਟੀ ਜੀ
ਸਭ ਤੋਂ ਪਹਿਲਾਂ ਉਹਨਾਂ ਨੂੰ ਮੈਂ ਫਤਿਹ ਬੁਲਾਉਂਗਾ। ਵਾਹਿਗੁਰੂ ਜੀ ਕਾ ਕਾ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ, ਤੁਸੀਂ ਬਾਬਾ ਜੀ ਦੇ, ਬਾਬਾ ਮੱਸਾ ਸਿੰਘ ਜੀ ਦੇ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਇਹ ਕਹਿਣਾ ਚਾਹੂੰਗੀ ਕਿ ਸਾਡੇ ਪਿਤਾ ਜੀ ਨੇ ਜ਼ਿੰਦਗੀ ਭਰ ਸਾਰੀ ਜ਼ਿੰਦਗੀ ਸੇਵਾ ਦੇ ਲਿਖੇ ਲਾਈ ਆ ਔਰ ਇੰਨੀ ਨੁਕਸਾਨ ਸੇਵਾ ਕੀਤੀ ਕਿ ਇਸ ਜਗ੍ਹਾ ਦੇ ਵਿੱਚੋਂ ਗੁਰੂ ਘਰ ਚੋਂ ਕਦੀ ਉਹਨਾਂ ਲੰਗਰ ਨਹੀਂ ਸੀ ਛਕਿਆ। ਲੰਗਰ ਨਾ ਛਕਣਾ, ਨਾ ਕਦੀ ਉਹਨ ਪੈਸੇ ਨੂੰ ਹੱਥ ਲਾਇਆ ਸੀ। ਹੋਰ ਭਾਈਬੰਦ ਬਣਾਏ ਹੁੰਦੇ ਸੀ, ਉਹਨੇ ਕਹਿਣਾ ਵੀਰੋ ਸਮਾਨ ਆ ਗਿਆ, ਤੁਸੀਂ ਇਹਨਾਂ ਨੂੰ ਪੈਸੇ ਦੇ ਦਿਓ। ਸੇਵਾ ਤਨ ਮਨ ਤੋਂ ਕੀਤੀ, ਬਹੁਤ ਜ਼ਿਆਦਾ ਕੀਤੀ, ਬਹੁਤ ਹੀ ਵਾਧੂ ਉਹਨਾਂ ਦੀ ਸੇਵਾ ਦਾ ਅਸੀਂ ਕੋਈ ਜਣੇ ਕਹਿ ਨਹੀਂ ਸਕਦੇ ਜਿੰਨੀ ਕੁ ਉਹਨਾਂ ਸੇਵਾ ਕੀਤੀ। ਬਾਬਾ ਮੱਸਾ ਸਿੰਘ ਜੀ ਜਿਹੜੇ ਕਾਰ ਸੇਵਾ ਵਾਲੇ, ਜਿਹੜੇ ਉਹ ਤਨ ਮਨ ਧਨ ਦੇ ਨਾਲ ਸੇਵਾ ਕਰਦੇ ਸੀ। ਉਹਨਾਂ ਨੂੰ ਕਿਸੇ ਵੀ ਗੱਲ ਦੀ ਕੋਈ ਲਾਲਚ ਨਹੀਂ ਸੀਗੀ, ਕੋਈ ਲਾਲਸਾ ਨਹੀਂ। ਇੱਕ ਵਾਰ ਉਹ ਇੰਗਲੈਂਡ ਵਿੱਚ ਗਏ ਆਪਣੇ ਬੇਟਾ ਜੀ ਦੇ ਕੋਲ, ਉੱਥੇ ਥੋੜ੍ਹਾ ਚਿਰ ਰਹਿ ਕੇ ਜਿਹੜਾ ਸੀਗਾ ਉਹਨਾਂ ਦਾ ਜਿਹੜਾ ਮਨ ਸੀਗਾ ਉਹ ਫਿਰ ਪਿੱਛੇ ਨੂੰ ਆਉਣ ਲੱਗਾ ਕਿ ਮੇਰਾ ਉੱਥੇ ਜਿਹੜਾ ਮਨ ਜਿਹੜਾ ਵਾ ਉਹ ਬਿਲਕੁਲ ਨਹੀਂ ਲੱਗ ਰਿਹਾ ਅਤੇ ਮੈਂ ਵਾਪਸ ਆਪਣੇ ਇੰਡੀਆ ਜਾਣਾ ਅਤੇ ਉੱਥੇ ਜਾ ਕੇ ਆਪਣੀ ਜਿਹੜੀ ਉਹ ਕਾਰ ਸੇਵਾ ਕਰਨੀ। ਅਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਬਾਬਾ ਮੱਸਾ ਸਿੰਘ? ਹਾਂਜੀ, ਸਾਡੇ ਨਾਨਾ ਹੀ ਸੀ। ਅਸੀਂ ਜਦੋਂ ਵੀ ਆਉਂਦੇ ਸੀ ਬੜਾ ਪ੍ਰੇਮ ਕਰਦੇ ਸੀ, ਬੜੇ ਨਿਸ਼ਕਾਮ ਸੇਵਾ ਉਹਨਾਂ ਨੇ ਕੀਤੀ, ਮਨੋ ਤਨੋ ਉਹਨਾਂ ਨੇ ਕੀਤੀ ਸੇਵਾ ਇਸ ਗੁਰੂ ਘਰ ਦੀ। ਤੇ ਬੜੇ ਚਾਅ ਨਾਲ ਸਾਨੂੰ ਦਿਖਾਉਂਦੇ ਹੁੰਦੇ ਸੀ। ਬੱਸ ਸਟੈਂਡ ਤੋਂ ਹੀ ਇਹ ਗੁਰਦੁਆਰਾ ਮੇਰੇ ਬਾਬੇ ਦਾ ਘਰ ਦਿਸਦਾ ਆ, ਉੱਥੋਂ ਹੀ ਬੜਾ 6 ਮੰਜ਼ਿਲਾਂ ਤੱਕ ਸਾਨੂੰ ਚੜ੍ਹ ਕੇ ਸਾਰਾ ਦਿਖਾਉਂਦੇ ਹੁੰਦੇ ਸੀ ਜਦੋਂ ਵੀ ਆਈਦਾ ਸੀ ਅਸੀਂ। ਹਾਂਜੀ ਹਾਂਜੀ, ਤੁਸੀਂ ਭੈਣ ਜੀ ਕੀ ਕਹਿਣਾ ਚਾਹੁੰਦੇ ਹੋ ਬਾਬਾ ਮੱਸਾ ਸਿੰਘ? ਹਾਂਜੀ, ਮੈਂ ਇੱਥੇ ਬੀਬੀ ਜੀ ਦੀ ਹੈਗੀ ਆ, ਮਤਲਬ ਪੋਤ ਨੂੰ ਹੈਗੀ ਆ। ਉਹਨਾਂ ਨੇ ਮੈਨੂੰ ਹਮੇਸ਼ਾ ਉਹਨਾਂ ਨੇ ਦੱਸਿਆ ਸੀਗਾ ਕਿ ਨਾਨਾ ਜੀ ਬਹੁਤ ਜ਼ਿਆਦਾ ਸੇਵਾ ਕਰਦੇ ਸੀਗੇ ਔਰ ਕੁਝ ਵੀ ਉਹਨਾਂ ਨੇ ਲੈਣਾ ਨਹੀਂ, ਸਾਰਾ ਕੁਝ ਆਪਣੇ ਲਗਾਉਣਾ ਔਰ ਹਰ ਵੇਲੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਰਹਿਣਾ। ਤੇ ਇਹੋ ਜਿਹੀ ਚੀਜ਼ ਤੋਂ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਔਰ ਅੱਜ ਦਰਸ਼ਨ ਕਰਕੇ ਬਹੁਤ ਵਧੀਆ ਲੱਗਿਆ ਉਹਨਾਂ ਦੀ ਬਰਸੀ ਤੇ। ਹਾਂਜੀ, ਖਾਸ ਤੌਰ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ, ਜਿੱਦਾਂ ਤੁਹਾਡੇ ਪਿਤਾ ਜੀ ਸੀਗੇ ਉਹ ਸੇਵਾ ਕਰਦੇ ਸੀ ਗੁਰਦੁਆਰਾ ਸਾਹਿਬ ਵਿੱਚ, ਤੇ ਕਈ ਵਾਰ ਆਪਾਂ ਨੂੰ ਹੁੰਦਾ ਕਿ ਸਾਡਾ ਪਿਤਾ ਜੀ ਜਿਹੜਾ ਕੰਮ ਨਹੀਂ ਕਰਦੇ ਘਰ ਦਾ, ਤੁਹਾਨੂੰ ਕਦੇ ਦਿਲ 'ਚ ਤੁਹਾਡੇ ਕਿਤੇ ਆਇਆ ਸੀ ਤੁਹਾਡੇ ਮਾਤਾ ਜੀ ਦੇ? ਤੁਹਾਡੇ ਨਾ ਜੀ, ਕਦੀ ਵਿਚਾਰੇ ਆਇਆ ਹੀ ਨਹੀਂ ਸੀ, ਬਿਲਕੁਲ ਘਰ ਤੱਕ ਕਦੀ ਨਹੀਂ ਸੀ ਜਾਂਦੇ। ਸਾਡੇ ਮਾਤਾ ਜੀ ਸੀਗੇ, ਇਕੱਲੇ ਹੀ ਰਹਿੰਦੇ। ਫਿਰ ਉਹਨਾਂ ਨੂੰ ਮੈਂ ਆਪਣੇ ਕੋਲ ਲੈ ਗਈ ਸੀ, ਉਹ ਮਾਤਾ ਜੀ ਮੇਰੇ ਕੋਲ ਹੀ ਪੂਰੇ ਹੋਏ। ਤਾਂ ਪਰ ਸਾਡੇ ਮਨ 'ਚ ਨਹੀਂ ਸੀ, ਸਾਨੂੰ ਬੜਾ ਚਾਅ ਰਹਿੰਦਾ ਸੀ ਸਾਡੇ ਪਿਤਾ ਜੀ ਸੇਵਾ ਕਰਦੇ। ਸੇਵਾ ਵੀ ਬਸ ਬਹੁਤ ਤਨ ਮਨ ਕਰਦੀ, ਜਿੱਦਾਂ ਅੱਜ ਕੱਲ੍ਹ ਕੋਈ ਨਹੀਂ ਉੱਦਾਂ ਕਰਦਾ ਜਿੱਦਾਂ ਉਹ ਸੇਵਾ ਕਰਦੇ ਸੀ। ਕਦੀ ਸਾਰਾ ਦਿਨ ਘੁੰਮਦੇ ਰਹਿਣਾ, ਸੇਵਾ ਕਰਦੇ ਰਹਿਣਾ, ਕਦੀ ਰੋਟੀ ਪਾਣੀ ਦਾ ਖਿਆਲ ਨਹੀਂ ਸੀ। ਸਾਦਾ ਜਿਹਾ ਦਾ ਪਹਿਨਾਵਾ ਹੁੰਦਾ ਸੀ, ਕਦੀ ਪੈਰ ਜੋੜਾ ਨਾ ਪਾਉਣਾ, ਕਦੀ ਉਹਨਾਂ ਨੂੰ ਠੰਡ ਨਾ ਲੱਗਣੀ, ਕਦੀ ਗਰਮੀਆਂ ਨੂੰ ਉਹਨਾਂ ਨੂੰ ਗਰਮੀ ਨਹੀਂ ਸੀ ਲੱਗਦੀ। ਬਸ ਦੌੜੇ ਹੀ ਫਿਰਦੇ, ਚਾਅ ਹੀ ਰਹਿਣਾ ਪਿਤਾ ਜੀ ਆਪਣੇ, ਮੈਂ ਪਿਤਾ ਜੀ ਦੇ ਮੰਦਿਰ ਬਣਾ ਦਿਆਂ, ਮੈਂ ਆਪਣੇ ਪਿਤਾ ਜੀ ਦੇ ਮੰਦਿਰ ਬਣਾ ਦਿਆਂ। ਬਸ ਇਸੇ ਲਗਨ ਦੇ ਵਿੱਚ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਬਸ ਇੱਦਾਂ ਹੀ ਕਰਦੇ। ਜਿਸ ਵੇਲੇ ਦਿਨ ਉਹ ਮਤਲਬ ਉਹਨਾਂ ਦਾ ਐਕਸੀਡੈਂਟ ਹੁੰਦਾ, ਉਸ ਦਿਨ ਵੀ ਕੁਛ ਨਹੀਂ ਖਾਧਾ। ਬੀਬੀਓ ਦਿਓ ਕਿ ਉਹ ਲੱਸੀ ਦਾ ਗਲਾਸ ਇੱਕ ਪੀ ਲਿਆ ਜਾਂਦੇ ਜਾਂਦੇ ਮੀਲਕ 'ਤੇ। ਬਸ ਇੱਕ ਸੀ ਹੌਲਦਾਰ, ਉਹਨਾਂ ਦੇ ਨਾਲ ਕੋਈ ਝਗੜਾ ਸੀਗਾ, ਉਹਨਾਂ ਸੁਭਾਨਪੁਰ ਜਾਣਾ ਸੀਗਾ ਤਰੀਕ 'ਤੇ। ਤਾਂ ਇੱਕ ਘਰ ਗਏ, ਉਹ ਕਹਿੰਦੇ ਬਾਬਾ ਜੀ ਚਾਹ ਪੀਓ, ਕਹਿੰਦੇ ਤੁਸੀਂ ਚਾਹ ਬਣਾਓ, ਅਸੀਂ ਮੁੜ ਕੇ ਆ ਕੇ ਪੀਂਦੇ ਹਾਂ। ਉਹ ਜਿਸ ਵੇਲੇ ਅੰਦਰੋਂ ਨਿਕਲੇ, ਇੱਕ ਬੱਸ ਆਈ, ਇਹ ਹੌਲਦਾਰ ਜੀ ਦੇ ਨਾਲ ਉੱਪਰ ਪਿੱਛੇ ਮੋਟਰਸਾਈਕਲ ਤੇ ਬੈਠੇ ਸੀ। ਜੇ ਉਹ ਐਨ ਨੂੰ ਕਰਨ ਤੋਂ ਬੱਸ ਵਾਲਾ ਵੀ ਐਨ ਕਰ ਲਵੇ, ਜੇ ਉਹ ਐਨ ਮੋਟਰਸਾਈਕਲ ਕਰਨ ਤੋਂ ਖੀਰੀ ਆਪ ਥੱਲੇ ਤੋਂ ਮੋਟਰ ਉੱਪਰ ਦੀ ਲੰਘੇ। ਇਸ ਤਰ੍ਹਾਂ ਇੱਕ ਘੜੀ 'ਚ ਉਹਨਾਂ ਦਾ ਐਕਸੀਡੈਂਟ ਹੋ ਗਿਆ। ਬਾਬਾ ਜੀ ਦਾ ਜਿਹੜਾ ਐਕਸੀਡੈਂਟ ਸੀਗਾ ਉਹ ਸੁਭਾਨਪੁਰ ਲੱਗੇ ਹੋਇਆ ਸੀ? ਨਹੀਂ, ਉਰੇ ਇੱਥੇ ਨੰਡਾਲੇ ਦੇ ਨਾਲ ਹੀ ਜਾਣਾ ਸੀ, ਨੰਡਾਲੇ ਉਹਨਾਂ ਨੇ ਉਸ ਦਿਨ ਤਰੀਕ 'ਤੇ। ਹਾਂਜੀ, ਤਾਂ ਆ ਉਹਨਾਂ ਦੀ 1 ਸਕਿੰਟ 'ਚ ਮੌਤ ਹੋਈ ਘਰ ਦੇ ਵਿੱਚ। ਇੱਥੇ ਕਦੀ ਬੌਲੀ ਸਾਹਿਬ ਬਣਾਉਣਾ, ਬੱਚੇ ਢਿੱਲੇ ਹੋਣੇ, ਕਹਿਣਾ ਬੀਬੀਓ ਇਸ਼ਨਾਨ ਕਰਾ ਲਿਆ, ਬੱਚੇ ਠੀਕ ਠਾਕ ਹੋ ਜਾਣੇ। ਕੋਈ ਵੀ ਗੱਲ ਹੋਣੀ, ਮੂੰਹ 'ਚੋਂ ਐਸੀ ਆਵਾਜ਼ ਕੱਢਦੇ ਸੀ ਕਿ ਪੂਰੀ ਹੁੰਦੀ ਸੀ। ਬਹੁਤ ਸੇਵਾ ਕੀਤੀ, ਵਾਧੂ ਕੀਤੀ, ਕੋਈ ਇਸ ਤਰ੍ਹਾਂ ਕਰ ਨਹੀਂ ਸਕਦਾ। ਸਾਨੂੰ ਤਾਂ ਕਦੇ ਕਹਿੰਦੇ ਨਹੀਂ ਸੀ ਧੀਆਂ ਪੁੱਤਰ, ਸਭ ਪਿੰਡ ਦੇ ਨਡਾਲੇ ਧੀਆਂ ਪੁੱਤਰ ਸੀ ਉਹਨਾਂ ਦੇ ਸਾਰੇ। ਕੁਛ ਵੀ ਹੋਣਾ ਬਸ ਧੀਓ ਧੀਓ ਆਓ ਕੰਮ ਕਰੋ, ਪੁੱਤਰੋ ਆਜੋ ਕੰਮ ਕਰ ਲਓ। ਉਹਨਾਂ ਨੇ ਫ੍ਰੀ ਸੇਵਾ ਕਰਵਾਈ ਆ ਸਾਰਿਆਂ ਕੋਲ, ਕੋਈ ਪੈਸਾ ਖਰਚ ਨਹੀਂ ਸੀ ਕੀਤਾ। ਤੁਹਾਡੇ ਜੋ ਭਰਾ ਜੀ ਹੁਣ ਇੰਗਲੈਂਡ 'ਚੋਂ ਆਏ, ਉਹਨਾਂ ਨੇ ਇੱਕ ਬਹੁਤ ਵੱਡੀ ਸੇਵਾ ਕੀਤੀ, ਜਿਹੜੀ ਕਿ ਕੈਂਸਰ ਦੀ ਜਿਹੜੀ ਬਿਮਾਰੀ ਉਹ ਘਰ ਘਰ ਹੋ ਗਈ ਆ। ਉਹਨਾਂ ਨੇ ਉਹ ਜਿਹੜਾ ਚੈੱਕਅਪ ਕਰਾਇਆ, ਕਈ ਜਿਹੜੇ ਮਰੀਜ਼ ਉਹਨਾਂ ਨੂੰ ਇਸ ਬਿਮਾਰੀ ਦੇ ਬਾਰੇ ਪਤਾ ਲੱਗਾ। ਇਹ ਜਿਹੜੀ ਬਿਮਾਰੀ ਆ, ਇਹ ਜਿਹੜੀ ਮਤਲਬ ਘਰ ਘਰ ਜਿਹੜੀ ਸ਼ੁਰੂ ਹੋ ਗਈ ਪੰਜਾਬ 'ਚ। ਤੇ ਤੁਸੀਂ ਤੁਹਾਡੇ ਭਰਾ ਜੀ ਨੇ ਜਦੋਂ ਇੱਥੇ ਕੈਂਪ ਲਗਾਇਆ, ਉਹ ਸਿਹਤ ਵੀ ਨਹੀਂ ਸੀ
ਠੀਕ ਉਹਨਾਂ ਦੀ, ਫਿਰ ਵੀ ਉਹਨਾਂ ਨੇ ਐਡੀ ਦੂਰੋਂ ਆਣ ਕੇ ਕੈਂਪ ਲਗਾਇਆ। ਤੁਸੀਂ ਉਸ ਕੈਂਪ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਬਹੁਤ ਕਹਿਣਾ ਚਾਹੁੰਦੀ ਕਿ ਮੇਰੇ ਵੀਰ ਨੇ ਸਭ ਦੁਖੀਆਂ ਦੇ ਦੁੱਖ ਦੱਸ ਕੇ ਤੇ ਦੂਰ ਕਰਨ ਦੀ ਸੰਭਾਵਨਾ ਤੇ ਖਰਚਾ ਆਪ ਕੋਲੋਂ ਕੀਤਾ। ਹਾਂਜੀ, ਇੱਥੇ ਦੇ ਲੋਕ ਜਿਹੜੇ ਆ ਉਹਨਾਂ ਦਾ ਤੇ ਇੱਥੇ ਮੇਰੇ ਹਿਸਾਬ ਨਾਲ ਰੋਟੀ ਪਾਣੀ ਦਾ ਸਰਦਾ ਹੀ ਆ। ਜੇ ਹੈਗਾ ਵੀ ਕੋਈ ਚੰਗਾ ਤੇ ਉਹਦੀ ਨੀਤ ਨਹੀਂ ਕਿ ਇੱਥੇ ਕੈਂਪ ਇਹੋ ਜਿਹੇ ਲਾਉਣ ਦੀ। ਜਿਹੜੇ ਬਾਹਰਲੇ NRI ਵੀਰ ਆ ਉਹੀ ਕੈਂਪ ਇੱਥੇ ਆਣ ਕੇ ਲਗਾਉਂਦੇ ਆ, ਅੱਖਾਂ ਦਾ ਲਗਾਉਂਦੇ ਜਾਂ ਕੈਂਸਰ ਦਾ ਲਗਾਉਂਦੇ ਆ। ਤੁਸੀਂ ਜਿਹੜੇ ਉੱਥੇ ਲੋਕ ਦੇਖ ਰਹੇ ਆ ਸਿੱਖ ਚੈਨਲ ਨੂੰ ਪੂਰੀ ਦੁਨੀਆ 'ਚ, ਤੁਸੀਂ ਉੱਥੋਂ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਇਸ ਕੈਂਪਾਂ ਦੇ ਬਾਰੇ, ਜਿਹੜੇ ਮਤਲਬ ਕੈਂਪ ਲਗਾਉਣ? ਹਾਂ, ਮੈਂ ਵੀ ਇਹੀ ਕਹਿਣਾ ਚਾਹੂੰ ਜਿੱਦਾਂ ਇਹ ਮੇਰੇ ਵੀਰ ਨੇ ਇਦਾਂ ਦੁਖੀਆਂ ਦਾ ਦੁੱਖ ਕਰਨ ਵਾਸਤੇ ਚੈਨਲ ਲਵਾਇਆ, ਵੀ ਸਭ ਇਹ ਉਤਸ਼ਾਹ ਲੈ ਕੇ ਤੇ ਇਸ ਤਰ੍ਹਾਂ ਦੀ ਆ ਕੇ ਕੈਂਪ ਲਵਾਉਣ, ਬਾਹਰੋਂ ਆਉਣ ਜਿਹੜੇ ਲੋਕ, ਬਹੁਤ ਚੰਗਾ ਹੋਵੇ ਉਹਨਾਂ ਵਾਸਤੇ, ਹੈ ਨਾ। ਹਾਂਜੀ ਬੀਬੀ, ਤੁਸੀਂ ਸਿੱਖ ਚੈਨਲ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਤੁਸੀਂ ਬਾਬਾ ਮੱਸਾ ਸਿੰਘ ਜੀ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੇਰਾ ਨਾਮ ਪ੍ਰਿਤਪਾਲ ਸਿੰਘ ਆ। ਮੈਂ ਬਾਬਾ ਮੱਸਾ ਸਿੰਘ ਦਾ ਦੋਤਾ ਆ। ਮੈਨੂੰ ਬਹੁਤ ਸਮਾਂ ਉਹਨਾਂ ਨਾਲ, ਬਾਬਾ ਮੱਸਾ ਸਿੰਘ ਨਾਲ ਬਿਤਾਉਣ ਦਾ ਟਾਈਮ ਮਿਲਿਆ, ਵਕਤ। ਛੋਟੇ ਹੁੰਦੇ ਉਮਰ ਤੋਂ ਲੈ ਕੇ ਮੈਂ ਆਪਣੇ ਨਾਨਕਾ ਘਰ ਬਾਬਾ ਮੱਸਾ ਸਿੰਘ ਜੀ ਦੀ ਜ਼ਿੰਦਗੀ ਨੂੰ ਦੇਖਦਾ ਰਿਹਾ। ਤਕਰੀਬਨ ਹਰ ਰੋਜ਼ ਉਹ ਤੜਕੇ 2 ਜਾਂ 3 ਵਜੇ ਉੱਠ ਕੇ ਗੁਰੂ ਘਰ ਜਾਂਦੇ ਸੀਗੇ, ਸੇਵਾ ਕਰਦੇ ਸੀ, ਸਫਾਈ ਕਰਦੇ ਸੀ, ਸਾਰਾ ਗੁਰਦੁਆਰਾ ਸਾਹਿਬ ਨੂੰ ਧੋਂਦੇ ਸੀ। ਔਰ ਇੱਕ ਵਾਰ ਸਿਰਫ ਮੈਂ ਉਹਨਾਂ ਨਾਲ ਰਾਤ ਨੂੰ 2 ਵਜੇ ਉੱਠ ਕੇ ਗਿਆ ਸੀ ਗੁਰਦੁਆਰਾ ਸਾਹਿਬ, ਤੇ ਉਹਨਾਂ ਨੂੰ ਇੰਨੀ ਖੁਸ਼ੀ ਹੁੰਦੀ ਸੀ ਉਸ ਗੁਰੂ ਘਰ ਸੇਵਾ ਕਰਨ ਦੀ, ਜਿਸ ਤਰ੍ਹਾਂ ਭਾਈ ਮੰਝ ਸੇਵਾ ਕਰਦੇ ਸੀ ਗੁਰੂ ਸਾਹਿਬ ਦੀ। ਮੈਂ ਇਸ ਨਾਲ ਮੇਰਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਭਾਈ ਸਾਹਿਬ ਹੁਣ ਜਿਹੜੇ ਆ ਉਹ ਆਪਣੇ ਪਿਤਾ ਜੀ ਦੀ ਆਪਣੇ ਗੱਲ ਕਰਨ ਲੱਗਿਆ, ਨਾਨਾ ਜੀ ਦੀ ਗੱਲ ਕਰਨ ਲੱਗਿਆ ਭਾਵਕ ਹੋ ਗਏ, ਇਸ ਕਰਕੇ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।